जहां एक तरफ पूरी दुनिया कोरोना के कहर से लड़ रही है, वहीं हमारे समाज में बढ़ती घरेलू हिंसा के कारण एक औरत अपने 4 साल के बच्चे के साथ अपनी जिंदगी और मौत से लड़ रही है। दुख तो तब होता है जब कोई जीवन साथी ही जीवन घाती बन जाते हैं। इस औरत के लालची पति ने अपनी पत्नी की सारी प्रॉपर्टी, बैंक, एफडीज खत्म करके औरत की टांग कटवाकर दूसरी मंजिल के एक मकान में मरने के लिए छोड़कर कहीं बाहर चला गया। दुनिया ਦੇ ਵਿੱਚ ਇਨਸਾਨੀਅਤ ਦੀ ਗੱਲ ਕਰੀਏ ਤਾਂ ਇਨਸਾਨੀਅਤ ਦਿਨ ਪ੍ਰਤੀ ਦਿਨ ਨਿੱਘਰਦੀ ਜਾ ਰਹੀ ਆ। ਦਿਨ ਪ੍ਰਤੀ ਦਿਨ ਇਨਸਾਨੀਅਤ ਦੇ ਰਿਸ਼ਤੇ ਖੋਖਲੇ ਹੁੰਦੇ ਜਾ ਰਹੇ ਨੇ। ਜਿਹੜਾ ਲਾਲ ਖੂਨ ਸੀ ਉਹ ਸਫੇਦ ਹੁੰਦਾ ਜਾ ਰਿਹਾ। ਅਸੀਂ ਕਰੋਨਾ ਵਾਇਰਸ ਦੇ ਨਾਲ ਜਿਹੜੀਆਂ ਤੁਹਾਨੂੰ ਖਬਰਾਂ ਦੇ ਨਾਲ ਹਮੇਸ਼ਾ ਅਪਡੇਟ ਕਰਵਾਉਂਦੇ ਰਹਿੰਦੇ ਆਪਣੇ ਚੈਨਲ ਦੇ ਰਾਹੀਂ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਦਰਦਨਾਕ ਕਹਾਣੀ ਦੇ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਹਾਡੇ ਰੂਹ ਕੰਡੇ ਖੜੇ ਹੋ ਜਾਣਗੇ, ਰੂਹ ਕੰਬ ਉੱਠੇਗੀ। ਕਿਉਂਕਿ ਤੁਸੀਂ ਮੇਰੇ ਨਾਲ ਜਿਹੜੇ ਸ਼ਾਰਟਸ ਚੱਲ ਰਹੇ ਨੇ, ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਉਹਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਕਿੰਨੀਆਂ ਪੌੜੀਆਂ ਉੱਤੇ ਚੜ੍ਹ ਕੇ ਸਾਨੂੰ ਵੀ ਸਾਹ ਜਿਹੜਾ 2 ਮਿੰਟ ਖੜ੍ਹ ਕੇ ਸਾਹ ਲੈਣਾ ਪਿਆ, ਤਾਂ ਤੱਕ ਅਸੀਂ ਇੱਥੇ ਤੱਕ ਪਹੁੰਚੇ ਹਾਂ। ਅਤੇ ਜਿਹੜੀਆਂ ਅਸੀਂ ਘੱਟੋ ਘੱਟ ਗੱਲ ਕਰੀਏ ਤਾਂ 60-70 ਜਿਹੜੀਆਂ ਪੌੜੀਆਂ ਨੇ, ਉਹਨਾਂ ਦੇ ਰਾਹੀਂ ਚੜ੍ਹ ਕੇ ਅਸੀਂ ਉੱਪਰ ਆਏ ਹਾਂ। ਅਤੇ ਹੁਣ ਅਸੀਂ ਤੀਸਰੀ ਮੰਜ਼ਿਲ 'ਤੇ ਖੜ੍ਹੇ ਹਾਂ। ਇਸ ਸਮੇਂ ਤੀਸਰੀ ਮੰਜ਼ਿਲ ਦਾ ਇਹ ਮਕਾਨ ਹੈ। ਇੱਕ ਲੇਡੀ ਇੱਥੇ ਰਹਿ ਰਹੀ ਆ, ਜਿਸ ਦਾ ਵਿਆਹ 5 ਸਾਲ ਪਹਿਲਾਂ ਦਿੱਲੀ ਦੇ ਵਿੱਚ ਹੋਇਆ ਸੀ ਅਤੇ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੀ ਇਹ ਲੇਡੀ ਆ। ਇਸ ਨੇ ਸਾਨੂੰ ਦੱਸਿਆ ਕਿ ਮੇਰੇ ਨਾਲ ਕਿੰਨਾ ਕੁਛ ਮਾੜਾ ਹੋਇਆ, ਕਿਸ ਤਰ੍ਹਾਂ ਹੋਇਆ ਸੀ। ਉਹਨਾਂ ਦੀ ਜਵਾਨੀ ਹੀ ਜਿਹੜੀ ਸੁਣਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਕਿ ਉਹ ਕਿੰਨੀ ਮਜਬੂਰੀ ਦੇ ਵਿੱਚ ਆਪਣਾ ਘਰ ਬਸਰ ਕਰ ਰਹੇ ਨੇ। ਲੋਕਡਾਊਨ ਦੀ ਗੱਲ ਅਸੀਂ ਇਸ ਕਰਕੇ ਕੀਤੀ ਆ ਕਿ ਲੋਕਡਾਊਨ ਜਦੋਂ ਹੁੰਦਾ ਵਾ ਤਾਂ 1 ਜਾਂ 2 ਜਾਂ 3 ਦਿਨ ਜਾਂ ਵੱਧ ਤੋਂ ਵੱਧ ਮਹੀਨਾ ਰਹਿਣ ਦੇ ਲਈ ਘਰੇ ਲੋਕਾਂ ਨੂੰ ਕਿਹਾ ਜਾਂਦਾ। ਉਹਦੇ ਵਿੱਚ ਵੀ ਉਹਨਾਂ ਨੂੰ ਥੋੜ੍ਹੀ ਜਿਹੀ ਛੂਟ ਦਿੱਤੀ ਜਾਂਦੀ ਹੈ ਤਾਂ ਜੋ ਉਹ ਬਾਹਰ ਜਾ ਸਕਣ। ਲੇਕਿਨ ਇਹ ਜਿਹੜੀ ਲੇਡੀ ਇੱਥੇ ਰਹਿ ਰਹੀ ਆ, ਪਿਛਲੇ 3 ਮਹੀਨਿਆਂ ਤੋਂ ਇਸ ਘਰ ਦੇ ਵਿੱਚ ਆ, ਜਿਹੜੀ ਕਿ ਥੱਲੇ ਨਹੀਂ ਜਾ ਸਕੀ। ਇਸ ਦਾ ਕਾਰਨ ਕੀ ਆ ਉਹ ਵੀ ਤੁਹਾਨੂੰ ਦੱਸਾਂਗੇ। ਆਓ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਉਹ ਅੰਦਰ ਨੇ ਅਤੇ ਇਹ ਉਹ ਮਕਾਨ ਦੇ ਵਿੱਚ ਰਹਿੰਦੇ ਨੇ ਅਤੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਅੱਜ ਤੁਹਾਨੂੰ ਦਿਖਾ ਦਈਏ। ਪਹਿਲਾਂ ਇਹ ਜਸਮੀਤ ਕੌਰ ਇਹਨਾਂ ਦਾ ਨਾਮ ਆ। ਇਹ ਬੈਠੇ ਨੇ ਅਤੇ ਇਹਨਾਂ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਜਿਹੜੀ ਅਸੀਂ ਤੁਹਾਨੂੰ ਦਿਖਾਈਏ ਕਿ ਜਿਹੜੇ ਇਹਨਾਂ ਦੀ ਇੱਕ ਤੁਸੀਂ ਲੱਤ ਜਿਹੜੀ ਵੇਖੋਗੇ ਕਿ ਉਹ ਕੱਟੀ ਹੋਈ ਆ, ਇੱਕ ਲੱਤ। ਅਤੇ ਇਹ ਵੀਲ ਚੇਅਰ ਦੇ ਸਹਾਰੇ ਇਸ ਘਰ ਦੇ ਵਿੱਚ ਪਿਛਲੇ 3 ਮਹੀਨਿਆਂ ਤੋਂ ਇਕੱਲੇ ਰਹਿ ਰਹੇ ਨੇ। ਤੁਸੀਂ ਸੋਚੋਗੇ ਇਕੱਲੇ ਕਿੱਦਾਂ? ਇਕੱਲੇ ਇਸ ਤਰ੍ਹਾਂ ਕਿਉਂਕਿ ਇਹਨਾਂ ਦੇ ਹਸਬੈਂਡ ਜਿਹੜੇ ਕਿ ਪਿਛਲੇ ਕਈ ਮਹੀਨਿਆਂ ਤੋਂ ਗਾਇਬ ਨੇ। ਇਹਨਾਂ ਨੂੰ ਨਹੀਂ ਪਤਾ ਉਹ ਕਿੱਥੇ ਨੇ, ਕਿਸ ਦੇ ਨਾਲ ਨੇ, ਕੀ ਕਰ ਰਹੇ ਨੇ, ਕਿੱਥੇ ਕੰਮ ਕਰ ਰਹੇ ਨੇ। ਇਹਨਾਂ ਦਾ ਇੱਕ ਛੋਟਾ ਬੱਚਾ ਵਾ, ਤੁਹਾਨੂੰ ਦਿਖਾ ਦਈਏ ਕਿ ਜਿਹੜਾ ਉਹ ਛੋਟਾ ਬੱਚਾ ਬੈਠਾ ਹੋਇਆ, ਤੁਸੀਂ ਵੇਖ ਸਕਦੇ ਹੋ ਕਿ ਉਹ ਕੁਛ ਸਾਲਾਂ ਦਾ ਬੱਚਾ, ਜਿਸ ਨੂੰ ਹੁਣ ਤੋਂ ਹੀ ਇੰਨੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਸਮੀਤ ਨਾਲ ਗੱਲ ਕਰ ਰਹੇ ਹਾਂ। ਜਸਮੀਤ ਜੀ, ਕੀ ਵਾਕਿਆ ਕੀ ਹੋਇਆ, ਕੀ ਕਹਿਣਾ ਚਾਹੁੰਦੇ ਜੀ ਪਹਿਲਾਂ? ਸਰ, ਮੇਰੇ ਨਾਲ ਇੱਕ ਸਾਜ਼ਿਸ਼ ਦੇ ਤੌਰ 'ਤੇ ਇੱਕ ਵਿਆਹ ਹੋਇਆ। ਹਾਂਜੀ। ਉਹ ਸਾਜ਼ਿਸ਼ ਸੀਗੀ ਇੱਕ ਤਰ੍ਹਾਂ ਦੀ। ਹਾਂਜੀ। ਕਿ ਮੇਰੇ ਸਿਰਫ ਫਾਦਰ ਸੀਗੇ ਅਤੇ ਮੇਰਾ ਮਦਰ ਨਹੀਂ ਹੈਗੀ, ਮੇਰੇ ਬ੍ਰਦਰ ਨਹੀਂ, ਕੋਈ ਸਿਸਟਰ ਨਹੀਂ, ਮੈਂ ਇਕੱਲੀ ਕੁੜੀ ਹਾਂ ਅਤੇ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਨੀ ਹਾਂ। ਅਤੇ ਮੇਰੀ ਫਾਦਰ ਦੀ ਇੱਛਾ ਸੀ ਕਿ ਬਈ ਮੇਰੇ ਹੁੰਦੇ ਮੇਰੇ ਬੱਚੇ ਦਾ ਵਿਆਹ ਹੋ ਜਾਏ। ਅਤੇ ਉਹ ਵੀ ਬਿਮਾਰ ਰਹਿੰਦੇ ਸੀ ਕਿਉਂਕਿ, ਅਤੇ ਉਹਨਾਂ ਨੇ ਫਿਰ ਕਿਸੇ ਜਾਣ ਪਹਿਚਾਣ ਦੇ ਥਰੂ ਵਿਆਹ ਹੋਇਆ ਮੇਰਾ। ਅਤੇ ਜਿੱਥੇ ਵਿਆਹ ਹੋਇਆ ਉਹ ਸਿੱਖ ਫੈਮਿਲੀ ਨਹੀਂ ਸੀਗੀ, ਉਹ ਇੱਕ ਸੈਣੀ ਫੈਮਿਲੀ ਸੀਗੀ। ਅਤੇ ਭਾਵਿਸ਼ ਸੈਣੀ ਮੇਰੇ ਹਸਬੈਂਡ ਦਾ ਨਾਮ ਹੈ। ਹਾਂਜੀ। ਅਤੇ ਉਹਨਾਂ ਨਾਲ ਮੇਰਾ ਵਿਆਹ ਹੋਇਆ। ਹਾਂਜੀ। ਅਤੇ ਸਾਡੀ ਅਰੇਂਜ ਮੈਰਿਜ ਹੈ, ਲਵ ਮੈਰਿਜ ਨਹੀਂ ਹੈ ਸਰ। ਅਤੇ ਉਹਨਾਂ ਨੂੰ ਮਤਲਬ ਇੱਕ ਬੈਕਗਰਾਊਂਡ ਮੇਰਾ ਪਿੱਛੇ ਸੀਗਾ ਕਿ ਫੈਮਿਲੀ ਮਤਲਬ ਕਾਫੀ ਪ੍ਰੋਪਰਟੀ ਵੀ ਹੈ, ਸਭ ਕੁਛ ਹੈ, ਅਤੇ ਕੱਲ੍ਹ ਨੂੰ ਕੱਲੀ ਕੁੜੀ ਹੈ। ਅਤੇ ਇੱਕ ਸਾਜ਼ਿਸ਼ ਦੇ ਤੌਰ 'ਤੇ ਉਹਨਾਂ ਨੇ, ਇੱਕ ਪਿਆਰ ਦੇ ਤੌਰ 'ਤੇ ਨਹੀਂ, ਇੱਕ ਸਾਜ਼ਿਸ਼ ਮੈਨੂੰ ਇਹ ਲੱਗਦਾ ਹੈ ਕਿ ਮੇਰੇ ਨਾਲ ਸਾਜ਼ਿਸ਼ ਹੋਈ ਹੈ। ਅਤੇ ਉਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਆਪਣਾ ਵਿਆਹ ਹੋ ਗਿਆ ਮੇਰਾ, ਲੇਕਿਨ ਮੈਨੂੰ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਮੇਰੇ ਨਾਲ। ਲੇਕਿਨ ਧੀਰੇ ਧੀਰੇ ਜਦ ਤੱਕ ਮੇਰੇ ਫਾਦਰ ਸੀਗੇ ਤਾਂ ਸਭ ਕੁਛ ਠੀਕ ਸੀਗਾ। ਜਦ ਮੇਰੇ ਫਾਦਰ ਐਕਸਪਾਇਰ ਹੋ ਗਏ, ਉਹਦੇ ਬਾਅਦ ਧੀਰੇ ਉਸ ਬੰਦੇ ਨੇ ਮੈਨੂੰ ਇਮੋਸ਼ਨਲੀ ਥੋੜ੍ਹਾ ਸਾ ਬਹਿਲਾਣਾ ਫਿਸਲਾਣਾ ਥੋੜ੍ਹਾ ਜਿਹਾ ਸ਼ੁਰੂ ਹੋ ਗਿਆ। ਅਤੇ ਇੱਕ ਮਿੰਟ, ਤੁਹਾਡੇ ਹਸਬੈਂਡ ਦਾ ਨਾਂ ਕੀ ਹੈ ਜੀ, ਅਤੇ ਉਹ ਕਿੱਥੇ ਰਹਿੰਦੇ? ਮੇਰੇ ਹਸਬੈਂਡ ਦਾ ਨਾਮ ਭਾਵਿਸ਼ ਸੈਣੀ ਹੈ। ਅਤੇ ਉਹ ਇਸ ਟਾਈਮ ਮੈਨੂੰ ਨਹੀਂ ਪਤਾ ਕਿੱਥੇ ਹੈ। ਮੈਨੂੰ ਕਹਿੰਦੇ ਆ ਮੈਂ ਰਿਵਾੜੀ ਜੋਬ ਕਰਨਾ। ਕਿੰਨੇ ਮਹੀਨਿਆਂ ਤੋਂ ਤੁਹਾਨੂੰ ਨਹੀਂ ਪਤਾ ਜੀ? ਸਰ, ਮੈਂ ਜਦ ਦਾ ਮੇਰਾ ਆਪਰੇਸ਼ਨ ਹੋਇਆ ਹੈ ਉਹਦੇ ਬਾਅਦ ਦਾ ਹੀ ਉਹ ਘਰ ਨਹੀਂ ਆਉਂਦੇ। ਅਤੇ ਮੇਰੇ ਆਪਰੇਸ਼ਨ ਤੋਂ ਬਾਅਦ ਮੈਨੂੰ ਇਹ ਪਿੰਡ ਛੱਡ ਗਏ ਸੀ। ਦਿੱਲੀ ਆਪਰੇਸ਼ਨ ਹੋਇਆ ਸੀ ਸਫਦਰਜੰਗ 'ਚ ਮੇਰਾ, ਅਤੇ ਉਸ ਤੋਂ ਬਾਅਦ ਮੈਨੂੰ ਪਿੰਡ ਲੈ ਗਏ ਹੈ।
ਤੇ ਪਿੰਡ ਮੈਂ ਕਾਫੀ ਟਾਈਮ ਰਹੀ, 3 ਮਹੀਨੇ ਰਹੀ ਆਪਰੇਸ਼ਨ ਤੋਂ ਬਾਅਦ। ਅਕਤੂਬਰ ਮਹੀਨੇ ਆਪਰੇਸ਼ਨ ਹੋਇਆ ਸੀ, ਦਸੰਬਰ ਤੱਕ ਮੈਂ ਰਹੀ ਤੇ ਜਨਵਰੀ ਸਟਾਰਟਿੰਗ ਤੇ ਮੈਂ ਇੱਥੇ ਆ ਗਈ ਸੀ 11 ਤਰੀਕ ਨੂੰ। ਤੇ ਮੈਨੂੰ ਮਨਾ ਕਰਦੇ ਸੀ ਕਿ ਤੂੰ ਪਿੰਡ ਹੀ ਰਹਿਣਾ ਹੈ, ਤੂੰ ਕਿਤੇ ਨਹੀਂ ਜਾਣਾ, ਤੂੰ ਇੱਥੇ ਹੀ ਰਹਿਣਾ ਹੈ, ਕਿ ਤੂੰ ਹੁਣ ਮਾਂ ਦੀ ਵੀ ਸੇਵਾ ਕਰ, ਆਪਣੇ ਬੱਚੇ ਨੂੰ ਵੀ ਸੰਭਾਲ। ਤੇ ਬੱਚਾ ਮੇਰੇ ਕੋਲ ਜ਼ਿਆਦਾਤਰ ਨਹੀਂ ਰਹਿੰਦਾ ਸੀ, ਬੱਚਾ ਇਹਨਾਂ ਦੀ ਸਿਸਟਰ ਹਮੇਸ਼ਾ ਲੈ ਜਾਂਦੀ ਸੀਗੀ ਤੇ ਬੱਚਾ ਮੇਰੇ ਤੋਂ ਇਹਨਾਂ ਨੇ ਅਲੱਗ ਸ਼ੁਰੂ ਤੋਂ ਹੀ ਕਰ ਦਿੱਤਾ ਸੀ। ਜਿਵੇਂ ਮੈਂ ਬਿਮਾਰ ਹੋਈ ਇਹਨਾਂ ਨੇ ਬੱਚਾ ਮੇਰੇ ਤੋਂ ਦੂਰ ਕਰ ਦਿੱਤਾ। ਜਸਮੀਤ ਜੀ, ਸਭ ਤੋਂ ਜਿਹੜੀ ਵੱਡੀ ਇੱਕ ਗੱਲ ਤੇ ਤੁਸੀਂ ਵੀਲ ਚੇਅਰ ਤੇ ਹੋ, ਜਦੋਂ ਤੁਹਾਡਾ ਵਿਆਹ ਹੋਇਆ ਤੁਸੀਂ ਠੀਕ ਸੀਗੇ, ਤੇ ਕਿੰਨੇ ਸਮੇਂ ਬਾਅਦ ਤੁਸੀਂ ਵੀਲ ਚੇਅਰ ਤੇ ਆਏ ਤੇ ਤੁਹਾਡੀ ਲੱਤ ਨੂੰ ਕੀ ਹੋਇਆ? ਸਰ ਮੈਂ ਬਿਲਕੁਲ ਠੀਕ ਠਾਕ ਸੀ ਜਦ ਮੇਰਾ ਵਿਆਹ ਹੋਇਆ। ਮੇਰੇ ਵਿਆਹ ਨੂੰ 5 ਸਾਲ ਹੋ ਗਏ ਆ ਤੇ ਮੇਰਾ ਜਦ ਵਿਆਹ ਹੋਇਆ ਮੈਂ ਠੀਕ ਸੀਗੀ। ਤੇ ਪਿਛਲੇ ਸਾਲ ਅਪ੍ਰੈਲ ਮਹੀਨੇ ਮੈਂ ਇੱਥੋਂ ਠੀਕ ਠਾਕ ਗਈ ਹਾਂ ਬਿਲਕੁਲ। ਤੇ ਅਪ੍ਰੈਲ ਮਹੀਨੇ ਜਦ ਮੈਂ ਗਈ ਤੇ ਉਹਦੇ ਬਾਅਦ ਮੈਂ 2 ਦਿਨ ਵਿੱਚ ਵਾਪਸ ਆ ਜਾਣਾ ਸੀ, ਕਿਉਂਕਿ ਮੈਂ ਪਿੰਡ ਜ਼ਿਆਦਾ ਨਹੀਂ ਰਹਿੰਦੀ, ਕਿਉਂਕਿ ਮੈਂ ਦਿੱਲੀ ਸ਼ਹਿਰ ਦੀ ਹਾਂ ਤੇ ਮੈਂ ਪਿੰਡਾਂ 'ਚ ਮੇਰਾ ਦਿਲ ਨਹੀਂ ਲੱਗਦਾ ਸ਼ੁਰੂ ਤੋਂ ਹੀ। ਤੇ ਮੈਂ 1-2 ਦਿਨ ਰਹਿਣਾ ਤੇ ਮੈਂ ਵਾਪਸ ਆ ਜਾਣਾ, ਸ਼ੁਰੂ ਤੋਂ ਮੇਰੇ ਇਹੀ ਰਿਹਾ ਹਮੇਸ਼ਾ ਮੇਰੇ ਨਾਲ। ਤੇ ਉਹ ਜਦ ਐਤਕੀ ਗਈ ਤੇ ਇਹਨਾਂ ਨੇ ਮੈਨੂੰ ਰੋਕ ਲਿਆ ਕਿ ਚੱਲਦੇ ਹਾਂ, 2 ਦਿਨ ਬਾਅਦ ਚੱਲਦੇ ਹਾਂ, ਚੱਲ ਰੁਕ ਜਾ। ਮੈਂ ਇਹਨਾਂ ਦੀ ਗੱਲ ਮੰਨ ਕੇ ਮੈਂ ਰੁਕ ਗਈ। ਤੇ ਉਹਦੇ ਬਾਅਦ ਜਦ 2 ਦਿਨ ਬਾਅਦ ਮੈਂ ਵਾਪਸ ਆਉਣਾ ਸੀ, ਉਸ ਤੋਂ ਪਹਿਲਾਂ ਇੱਕ ਰਾਤ ਨਾ ਜਾਣੇ ਮੇਰੇ ਨਾਲ ਕੀ ਹੋਇਆ, ਮੈਨੂੰ ਨਹੀਂ ਪਤਾ। ਰਾਤੀ 2-2:30 ਵਜੇ ਮੇਰੇ ਪੈਰ 'ਚ ਦਰਦ ਉੱਠੀ ਤੇ ਮੈਨੂੰ ਪੈਰ ਸੁੰਨ ਹੋਣ ਲੱਗ ਗਿਆ। ਤੇ ਮੈਂ ਇਹਨਾਂ ਨੂੰ ਕਿਹਾ ਮੇਰੇ ਪੈਰ ਦਰਦ ਹੋ ਰਹੇ, ਕਹਿੰਦੇ ਕੁਛ ਨਹੀਂ ਹੋਇਆ, ਸੋ ਜਾ। ਤੇ ਇਹਨਾਂ ਨੂੰ ਮਤਲਬ ਕੋਈ ਫ਼ਰਕ ਨਹੀਂ ਪਿਆ ਇਨਸਾਨ ਨੂੰ ਕਿ ਮੈਂ ਵਾਈਫ ਤੁਹਾਡੀ ਰੋ ਰਹੀ ਹੈ, ਦਰਦ ਹੋ ਰਹੀ ਹੈ, ਤੇ ਇਹਨਾਂ ਨੂੰ ਕੋਈ ਮਤਲਬ ਸੀਗਾ ਨਹੀਂ ਕਿ ਠੀਕ ਹੈ ਸਵੇਰੇ ਦੇਖਾਂਗੇ, ਡਾਕਟਰ ਨੂੰ ਦਿਖਾਵਾਂਗੇ। ਤੇ ਮੈਂ ਪੂਰੀ ਰਾਤ ਨਹੀਂ ਸੁੱਤੀ। ਫਿਰ ਸਵੇਰੇ ਕਿਸੇ ਨੇ ਕਿਹਾ ਆਸ ਪੜੋਸੀ 'ਚ ਇਹਨੂੰ ਇੰਨਾ ਦਰਦ ਹੋ ਰਿਹਾ ਤੇ ਤੂੰ ਡਾਕਟਰ ਕੋਲ ਲੈ ਜਾਓ ਇਹਨਾਂ ਨੂੰ। ਤੇ ਫਿਰ ਇਹਨਾਂ ਨੂੰ ਥੋੜ੍ਹਾ ਜਿਹਾ ਹੋਇਆ ਕਿ ਮੈਂ ਡਾਕਟਰ ਕੋਲ ਲੈ ਜਾ। ਫਿਰ ਮੈਨੂੰ ਇਹ ਡਾਕਟਰ ਕੋਲ ਲੈ ਕੇ ਗਏ ਤੇ ਉਹਨਾਂ ਨੇ ਪੇਨ ਕਿਲਰ ਵਗੈਰਾ ਦੇ ਦਿੱਤੀ, ਇੰਜੈਕਸ਼ਨ ਦੇ ਦਿੱਤਾ। ਤੇ ਉਹਦੇ ਨਾਲ ਮੈਨੂੰ ਆਰਾਮ ਨਹੀਂ ਆਇਆ, ਉਹਦੇ ਨਾਲ ਮੈਨੂੰ ਪੇਨ ਸ਼ੁਰੂ ਹੋ ਗਈ ਜ਼ਿਆਦਾ। ਤੇ ਮੇਰੇ ਨਾਲ 10 ਦਿਨ ਤੱਕ ਇਸ ਤਰ੍ਹਾਂ ਹੀ ਚੱਲਦਾ ਰਿਹਾ। ਮੈਂ ਪੇਨ ਕਿਲਰ ਜਦ ਵੀ ਡਾਕਟਰ ਕੋਲ ਜਾਣ, ਪੇਨ ਕਿਲਰ ਦੇ ਦੇਣ ਤੇ ਇੰਜੈਕਸ਼ਨ ਦੇ ਦੇਣ ਤੇ ਮੇਰਾ ਦਰਦ ਵੱਧਦਾ ਹੀ ਚਲਾ ਗਿਆ। ਉਹਦੇ ਬਾਅਦ ਜੀ 11ਵੇਂ ਦਿਨ ਕੀ ਹੋਇਆ, 11ਵੇਂ ਦਿਨ ਮੇਰਾ ਪੈਰ ਨੀਲਾ ਪੈ ਗਿਆ, ਟੇਢਾ ਹੋ ਗਿਆ। ਤੇ ਇਹਨਾਂ ਨੇ ਰੋਲਾ ਪਾਤਾ ਜੀ, ਮੇਰੀ ਨੰਦਾ ਵਗੈਰਾ ਨੇ ਵੀ, ਕਿ ਬਈ ਇਹਨਾਂ ਨਾ ਸੱਪ ਨੇ ਕੱਟ ਲਿਆ, ਸੱਪ ਦਾ ਜ਼ਹਿਰ ਹੈ। ਤੇ ਉਹਨਾਂ ਦੇ ਕੋਈ ਰਿਸ਼ਤੇਦਾਰੀ ਸੀਗਾ ਤੇ ਉਹਨਾਂ ਨੇ ਕਿਹਾ ਵੀ ਇੱਕ ਵਾਰੀ ਡਾਕਟਰ ਨੂੰ ਵੀ ਦਿਖਾ ਲੈਂਦੇ ਹਾਂ। ਤੇ ਮੈਨੂੰ ਉਸ ਟਾਈਮ ਮੈਨੂੰ ਸਰਜਨ ਕੋਲ ਲੈ ਗਏ ਦੀਨਾਨਗਰ ਤੇ ਉੱਥੇ ਮੈਨੂੰ ਦਿਖਾਇਆ ਤੇ ਉਹਨਾਂ ਨੇ ਕਿਹਾ ਬਈ ਐਸਾ ਹੈ ਕਿ ਇਹਨਾਂ ਦੀ 3 ਉਂਗਲੀਆਂ ਕੱਟਣਗੀਆਂ ਤੇ ਇਹ ਠੀਕ ਹੋ ਜਾਣਗੇ। ਤੇ ਮੇਰੇ ਹਸਬੈਂਡ ਨੇ ਮਨਾ ਕਰਤਾ ਕਿ ਨਹੀਂ ਜੀ, ਅਸੀਂ ਉਂਗਲੀਆਂ ਨਹੀਂ ਕਟਾਉਣੀਆਂ, ਅਸੀਂ ਇੱਦਾਂ ਹੀ ਠੀਕ ਕਰਨਾ ਹੈ। ਤੇ ਇਹ ਮੈਨੂੰ ਵਾਪਸ ਲੈ ਆਏ। ਤੇ ਉਹਦੇ ਬਾਅਦ ਮੁੜ ਕੇ ਮੈਨੂੰ ਡਾਕਟਰ ਕੋਲ ਨਹੀਂ ਲੈ ਕੇ ਗਏ, ਮੈਨੂੰ ਬਾਬਿਆਂ ਕੋਲ, ਝਾੜਿਆਂ ਵਾਲਿਆਂ ਕੋਲ ਘੁਮਾਉਂਦੇ ਚਲੇ ਗਏ ਕਿ ਝਾੜੇ ਨਾਲ ਠੀਕ ਹੋ ਜਾਣਾ, ਜ਼ਹਿਰ ਉਤਰ ਜਾਣਾ, ਸਭ ਕੁਝ ਠੀਕ ਹੋ ਜਾਣਾ। ਤੇ ਉਹੀ ਚੀਜ਼ ਮੇਰੇ ਨਾਲ ਕਰੀਬਨ ਬੈਠੇ ਰਹਿਣਾ, ਕੁਰਸੀ ਤੇ ਹੀ ਸੋਣਾ, ਕੁਰਸੀ ਤੇ ਹੀ ਜਾਗਣਾ, ਰਾਤ ਬਹੁਤ ਮੈਂ ਔਖਾ ਟਾਈਮ ਕੱਟਿਆ। ਮਤਲਬ ਤੁਸੀਂ ਕਹਿੰਦੇ ਹੋ ਕਿ ਜਾਣ ਬੁੱਝ ਕੇ ਤੁਹਾਡੀ ਲੱਤ ਕਟਵਾ ਦਿੱਤੀ ਗਈ? ਜੀ ਬਿਲਕੁਲ, ਮੇਰਾ ਇਹੀ ਮੰਨਣਾ ਹੈ। ਕਿਉਂਕਿ ਅਗਰ ਕੋਈ ਵੀ ਕਿਸੇ ਦੇ ਘਰ ਵਿੱਚ ਕੋਈ ਬੱਚਾ ਬਿਮਾਰ ਹੁੰਦਾ ਹੈ ਜਾਂ ਫੈਮਿਲੀ 'ਚ ਕੋਈ ਵੀ ਬਿਮਾਰ ਹੁੰਦਾ ਹੈ ਤੇ ਬੰਦਾ ਡਾਕਟਰ ਕੋਲ ਲੈ ਕੇ ਜਾਂਦਾ ਹੈ, ਜੋ ਵੀ ਕੋਸ਼ਿਸ਼ ਹੈ ਉਹਨੂੰ ਕੋਸ਼ਿਸ਼ ਬਚਾਉਣ ਦੀ ਕਰਦਾ ਹੈ। ਤੇ ਇਸ ਬੰਦੇ ਨੇ ਉਹ ਮੇਰੇ ਨਾਲ ਨਹੀਂ ਕੀਤਾ। ਪਹਿਲੀ ਵਾਰੀ ਡਾਕਟਰ ਨੇ ਜਦ ਕਹਿ ਦਿੱਤਾ ਕਿ ਇਹ ਉਂਗਲੀਆਂ ਕੱਟਣਗੀਆਂ ਤਾਂ ਇਹਨਾਂ ਨੇ ਇਹ ਨਹੀਂ ਕਿਹਾ ਕਿ ਹਾਂ ਜੀ ਕੱਟ ਦੋ। ਜਾਂ ਮੇਰੇ ਤਾਏ ਜੀ ਦੇ ਬੇਟੇ ਉਹਨਾਂ ਨੇ ਵੀ ਕਿਹਾ ਕਿ ਬਈ ਇਹਨਾਂ ਨੂੰ PGI ਲੈ ਜਾਓ, PGI ਤੁਸੀਂ, ਤੁਹਾਡਾ ਘਰ ਵੀ ਨੇੜੇ ਪਏਗਾ ਤੇ ਇਹਨੂੰ PGI ਦਿਖਾ ਲਓ। ਤੇ ਇਹਨਾਂ ਨੇ ਜੀ PGI ਲੈ ਜਾਣ ਦੀ ਮੈਂ ਬਹੁਤ ਕੋਸ਼ਿਸ਼ ਕੀਤੀ, ਮੈਨੂੰ PGI ਲੈ ਜਾਓ, ਲੇਕਿਨ ਇਹ ਮੇਰੇ ਹਸਬੈਂਡ ਨਹੀਂ ਮੰਨੇ ਕਿ ਨਹੀਂ ਜੇ ਅਸੀਂ ਬਾਬਿਆਂ ਕੋਲ ਜਾਣਾ ਹੈ, ਅਸੀਂ ਇਹ ਕਰਨਾ ਹੈ, ਉਹ ਕਰਨਾ ਹੈ। ਇਹ ਮੈਨੂੰ ਕਾਫੀ ਦੂਰ ਤੱਕ, ਇੱਥੇ ਤੱਕ ਕਿ ਰਾਜਸਥਾਨ ਤੱਕ ਮੈਨੂੰ ਲੈ ਕੇ ਗਏ, ਜੋਧਪੁਰ ਤੱਕ ਕਿਸੇ ਮੰਦਿਰ ਵਿੱਚ, ਉੱਥੇ ਵੀ ਮੈਨੂੰ ਲੈ ਕੇ ਗਏ। ਮੇਰੀ ਲਾਸਟ ਸਟੇਜ ਪਹੁੰਚ ਗਈ ਇੱਕਦਮ। 5 ਮਹੀਨੇ ਬਾਅਦ ਮੇਰੀ ਸਕਿਨ ਜਿਹੜੀ ਸੀ ਗੋਡੇ ਦੇ ਥੱਲਿਓਂ ਅਲੱਗ ਹੋ ਗਈ, ਉਹਦੇ 'ਚ ਕੀੜੇ ਤੁਰਨ ਲੱਗ ਗਏ, ਸਮੈਲ ਬਹੁਤ ਜ਼ਿਆਦਾ ਹੋ ਗਈ। ਤੇ ਉਸ ਵੇਲੇ ਇਨਸਾਨ ਮੇਰੇ ਨਾਲ ਸੀ, ਲੇਕਿਨ ਮੈਨੂੰ ਡਾਕਟਰ ਕੋਲ ਨਹੀਂ ਲੈ ਕੇ ਜਾਂਦਾ ਸੀ, ਲੇਕਿਨ ਬਾਬਿਆਂ ਕੋਲ ਜ਼ਰੂਰ ਲੈ ਕੇ ਜਾਂਦਾ ਸੀ, ਪੈਟਰੋਲ ਜਾਣ-ਬੁੱਝ ਕੇ। ਤੇ ਮੈਂ ਜਿਸ ਵੇਲੇ ਲੱਤ ਕਟਵਾ ਦਿੱਤੀ ਗਈ? ਜੀ ਬਿਲਕੁਲ ਜਾਣ-ਬੁੱਝ ਕੇ ਹੀ ਹੋਇਆ ਜੋ ਕੁਝ ਹੋਇਆ। ਅਗਰ ਇਹ ਅਸੀਂ ਤੁਹਾਨੂੰ ਇੱਥੇ ਦੱਸੀਏ ਕਿ ਜਿਹੜਾ ਕਿੰਨੀ ਤਕਲੀਫ ਹੁੰਦੀ ਹੈ ਕਿ ਇੱਕ ਵਿਅਕਤੀ ਪਿਛਲੇ 5 ਮਹੀਨਿਆਂ ਤੋਂ ਆਪਣੇ ਆਪ ਨੂੰ ਇਹਨਾਂ ਦਾ ਪਤੀ ਕਹਿਲਾਉਂਦਾ ਸੀ, ਉਸ ਦੇ ਲੇਲੜੀਆਂ ਕੱਢਦੀ ਰਹੀ ਕਿ ਮੈਨੂੰ ਕਿਸੇ ਡਾਕਟਰ ਕੋਲ ਲੈ ਜਾਓ, ਵਧੀਆ ਡਾਕਟਰ ਕੋਲ ਲੈ ਜਾਓ, ਮੇਰੀਆਂ ਭਾਵੇਂ 3 ਉਂਗਲਾਂ ਕੱਟੀਆਂ ਜਾਣ। ਲੇਕਿਨ ਉਹਨਾਂ ਨੇ ਉਦੋਂ ਤੱਕ ਕੋਈ ਇਸ ਦੀ ਨੇ, ਜਦੋਂ ਤੱਕ ਡਾਕਟਰਾਂ ਨੇ ਇਹ ਨਹੀਂ ਕਹਿਦਾ ਕਿ ਇਹਨਾਂ ਦੀ, ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਲੱਤ ਕੱਟਣੀ ਪਊਗੀ, ਇਹਨਾਂ ਦੀ ਲੱਤ ਕਟਵਾਈ ਗਈ। ਇਹ ਜਿਹੇ ਪਤੀ ਦਾ ਆਮ ਔਰਤ ਵੱਲੋਂ ਕੀ ਕਿਹਾ ਜਾਣਾ, ਕਿੱਦਾਂ ਦੇ ਰਿਸ਼ਤਿਆਂ ਦੀ ਬਦਬੂ ਆ ਰਹੀ ਆ। ਆਮ ਰਿਸ਼ਤਿਆਂ ਦੇ ਵਿੱਚੋਂ ਖੁਸ਼ਬੂ ਆਉਂਦੀ ਆ, ਤੇ ਅਸੀਂ ਗੱਲ ਕਰੀਏ ਰਿਸ਼ਤਿਆਂ ਦੇ ਵਿੱਚੋਂ ਬਦਬੂ ਆ ਰਹੀ ਆ। ਇਹ ਤਾਂ ਇੱਕ ਪਾਰਟ ਸੀ ਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਲੱਤ ਕਟਵਾਈ ਗਈ ਹੈ। ਦੂਸਰੀ ਗੱਲ, ਇਹ ਜਿਹੜੇ ਜਸਮੀਤ ਕੌਰ ਨੇ ਦਿੱਲੀ ਦੇ ਰਹਿਣ ਵਾਲੇ ਨੇ, ਤੇ ਇਹਨਾਂ ਦੀ ਦਿੱਲੀ ਦੇ ਵਿੱਚ ਬਹੁਤ ਪ੍ਰੋਪਰਟੀ ਸੀਗੀ।
ਕਿੰਨਾ ਇਹਨਾਂ ਕੋਲੇ ਸੋਨਾ ਸੀਗਾ, ਉਹ ਕਿੱਥੇ ਗਿਆ, ਤੇ ਉਹ ਜਿਹੜਾ ਸੋਨਾ ਕਿੱਥੇ ਵੇਚਿਆ ਗਿਆ ਜਾਂ ਉਸ 'ਤੇ ਲੋਨ ਲਿਆ ਗਿਆ ਜਾਂ ਕੀ ਕੀਤਾ ਗਿਆ, ਉਹ ਵੀ ਅਸੀਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਪਰ ਤੁਸੀਂ ਦੇਖੋ ਕਿ ਇਨਸਾਨੀਅਤ ਕਿੱਥੇ ਕਿੰਨੀ ਸ਼ਰਮਸਾਰ ਹੋ ਰਹੀ ਆ, ਜਿਸ ਦੇ ਨਾਲ ਤੁਸੀਂ 4 ਲਾਵਾਂ ਲਈਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਰਹਿਣ ਦਾ ਵਚਨ ਦਿੱਤਾ, ਵਚਨ ਲਿਆ, ਉਹਨਾਂ ਦੀ ਰੱਖਿਆ ਕਰਨ ਦੀ ਗੱਲ ਕੀਤੀ। ਅੱਜ ਜਦੋਂ ਮੁਸੀਬਤ ਦੇ ਵਿੱਚ ਨੇ ਤਾਂ ਤੁਸੀਂ ਉਸ ਨੂੰ ਛੱਡ ਕੇ ਭੱਜ ਗਏ। ਅਸੀਂ ਵੱਖ-ਵੱਖ ਜਿਹੜੇ ਉਹ ਨੇ ਤੇ ਅਸੀਂ ਉਹਨਾਂ ਦੇ, ਤੁਸੀਂ ਰੋ ਨਾ ਜੀ ਪਲੀਜ਼, ਕੋਈ ਗੱਲ ਨਹੀਂ, ਰੋ ਨਾ, ਤੇ ਅਸੀਂ ਵੱਖ-ਵੱਖ ਜਿਹੜੇ ਉਹ ਲੋਕ ਨੇ ਤੇ ਉਹਨਾਂ ਨੂੰ ਅਸੀਂ ਕਵਾਂਗੇ ਕਿ ਇਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ। ਜੇਕਰ ਕੋਈ ਡਾਕਟਰ ਦੀ ਇਹਨਾਂ ਦੀ ਲੱਤ ਲਗਵਾਈ ਜਾ ਸਕਦੀ ਹੈ ਤਾਂ ਉਸ ਦੀ ਮਦਦ ਕੀਤੀ ਜਾਵੇ। ਤੇ ਇਸ ਵੇਲੇ ਅੱਖਾਂ ਤੋਂ ਜਿਹੜੇ ਹੰਝੂ ਨੇ ਆਪ ਮੁਹਾਰੇ ਹੀ ਉਹ ਤੁਰਦੇ ਆ। ਇੱਦਾਂ ਦੀ ਜਿਹੜੀ ਘਟਨਾ ਸਾਹਮਣੇ ਆਉਂਦੀ ਹੈ ਜਿਸ ਦੇ ਨਾਲ ਹਰ ਬੰਦੇ ਦੀ ਰੂਹ ਕੰਬ ਜਾਂਦੀ ਆ ਕਿ ਇੱਕ ਜਿਹੜੀ ਲੇਡੀ ਜਿਹਨੇ ਆਪਣਾ ਤਨ ਮਨ ਧਨ ਸਭ ਕੁਝ ਤੁਹਾਡੇ 'ਤੇ ਨਿਸ਼ਾਵਰ ਕੀਤਾ ਤੇ ਤੁਸੀਂ ਉਸ ਨੂੰ ਇਹੋ ਜਿਹੇ ਮੁਸੀਬਤ ਸਮੇਂ ਦੇ ਵਿੱਚ ਜਿਹੜਾ ਛੱਡ ਕੇ ਚਲੇ ਜਾਂਦੇ ਹੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਭੁਗਤਣਾ ਪਵੇਗਾ। ਤੇ ਉਸ ਤੋਂ ਉਸ ਦਾ ਬੇਟਾ ਖੋਹਣ ਦੀ ਜਿਹੜੀ ਗੱਲ, ਵਾਪਸ ਬੇਟਾ ਉਹਨਾਂ ਤੋਂ ਲਿਜਾਣ ਦੀ ਗੱਲ ਕੀਤੀ ਜਾ ਰਹੀ ਆ, ਤੇ ਉਹਨਾਂ ਦਾ ਪੈਸਾ ਕਿੱਥੇ ਗਿਆ, ਕਿੱਥੇ ਫਲੈਟ ਲਿਆ, ਕਿੱਥੇ ਉਹਨਾਂ ਨੇ ਕੀਤਾ। ਰੋ ਨਾ ਜੀ, ਰੋਣ ਦੀ ਕੋਈ ਗੱਲ ਨਹੀਂ, ਤੁਸੀਂ ਰੋ ਨਾ ਪਲੀਜ਼। ਅਸੀਂ ਤੁਹਾਡੀ ਚੈਨਲ ਦੇ ਰਾਹੀਂ ਹੈਲਪ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜਿਹੜਾ ਇਨਸਾਫ ਜਿਹੜਾ ਮਿਲ ਸਕੇ ਕਿਤੇ ਨਾ ਕਿਤੇ। ਇਹ ਕੀ ਕਹਿਣਾ ਚਾਹੋਗੇ ਜੀ ਤੁਹਾਡੇ ਪੈਸਿਆਂ ਬਾਰੇ ਜਾਂ ਤੁਹਾਡੇ ਉਹਦੇ ਬਾਰੇ ਕੀ ਕਹਿਣਾ? ਸਰ ਮੇਰੀ ਪ੍ਰੋਪਰਟੀ ਸੀ ਦਿੱਲੀ ਵਿੱਚ, ਮੇਰੇ ਫਾਦਰ ਦੀ ਪ੍ਰੋਪਰਟੀ ਸੀਗੀ। ਤੇ ਜਦ ਮੈਂ ਫਾਦਰ ਐਕਸਪਾਇਰ ਹੋ ਗਏ ਤੇ ਇਹਨਾਂ ਨੇ ਕਿਹਾ ਵੀ ਹੁਣ ਮੈਂ ਤੇ ਜੋਬ ਉੱਥੇ ਹੀ ਕਰਨੀ ਹੈ, ਮੈਂ ਮੋਹਾਲੀ ਜੋਬ ਕਰਨਾ ਤੇ ਮੈਂ ਇੱਥੇ ਹੀ ਜੋਬ ਕਰਨੀ ਹੈ ਤੇ ਮੈਂ ਰੋਜ਼ ਮੈਂ ਇੱਥੇ ਨਹੀਂ ਰਹਿ ਸਕਦਾ, ਮੈਂ ਇੱਥੇ ਜੋਬ ਨਹੀਂ ਕਰ ਸਕਦਾ। ਤੇ ਮੈਂ ਕਿਹਾ, ਮੈਂ ਬੱਚਾ ਛੋਟਾ ਜਿਹਾ ਸੀਗਾ 5.5 ਮਹੀਨੇ ਦਾ, ਤੇ ਮੈਂ ਕਿਹਾ ਮੈਂ ਘਰ ਵੀ ਸੰਭਾਲਣਾ, ਬੱਚਾ ਵੀ ਸੰਭਾਲਣਾ, ਮੇਰਾ ਔਖਾ ਹੋ ਜਾਏਗਾ ਇਕੱਲੇ ਦੇ। ਤੇ ਐਸਾ ਕਰਨੇ ਆ ਕਿ ਅਸੀਂ ਇਕੱਠੇ ਰਹਿੰਦੇ ਹਾਂ ਜਿੱਥੇ ਵੀ ਰਹਿਣਾ ਹੈ। ਟੋਟਲ ਕਿੰਨੀ ਕੁ ਪ੍ਰੋਪਰਟੀ ਸੀ ਜੀ? ਸਰ ਮੇਰਾ ਫਾਦਰ ਦਾ ਫਲੈਟ ਸੀਗਾ, ਤਕਰੀਬਨ ਉਹ ਸੀਗਾ 45-50 ਲੱਖ ਦਾ ਫਲੈਟ ਸੀਗਾ। ਸੋਨਾ ਐਕਚੁਅਲੀ ਮੇਰੇ ਫਾਦਰ ਨੇ 10 ਤੋਲੇ ਮੇਰੇ ਵਿਆਹ 'ਤੇ ਸੋਨਾ ਪਾਇਆ ਸੀ ਮੈਨੂੰ। ਤੇ ਉਹ ਸੋਨਾ ਜਦ ਮੈਂ ਇਹ ਫਲੈਟ ਜਦ ਮੈਂ ਲਿੱਤਾ ਤੇ ਘਰ 'ਚ ਹੀ ਪਿਆ ਸੀ ਉਹ ਸੋਨਾ। ਤੇ ਜਦ ਮੈਂ ਇੱਥੋਂ ਗਈ ਮੈਨੂੰ ਨਹੀਂ ਪਤਾ ਕਿ ਮੈਂ ਸੋਚਿਆ ਮੇਰੇ ਘਰ 'ਚ ਹੀ ਉਹ ਗੋਲਡ ਹੈਗਾ, ਲੇਕਿਨ 2017 ਵਿੱਚ 2016 ਵਿੱਚ ਮੇਰੇ ਫਾਦਰ ਐਕਸਪਾਇਰ ਹੋਏ ਤੇ 2017 ਅਕਤੂਬਰ ਮਹੀਨੇ ਇਹਨਾਂ ਨੇ ਮੇਰੇ ਤੋਂ ਬਿਨਾਂ ਦੱਸੇ, ਮੈਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ, ਹਿੰਟ ਨਹੀਂ ਲੱਗਿਆ ਕਿ ਇਹ ਬੰਦੇ ਨੇ ਘਰੋਂ ਚੋਰੀ ਕੀਤੀ ਗੋਲਡ ਦੀ। ਤੇ ਚੋਰੀ ਕਰਕੇ ਜੀ ਮਥੂਟ ਤੋਂ ਜਾ ਕੇ 2 ਲੱਖ ਦਾ ਉਹਦੇ 'ਤੇ ਲੋਨ ਲਏ। ਮੈਨੂੰ ਨਹੀਂ ਪਤਾ ਲੱਗਿਆ, ਮੈਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਕਿ ਮੈਂ ਕੁਝ ਕੀਤਾ ਹੈ ਜਾਂ ਮੈਂ ਪੈਸੇ ਲੋਨ ਲਿੱਤਾ ਹੈ, ਕੁਝ ਨਹੀਂ, ਮੇਰੇ ਨਾਲ ਕੋਈ ਜ਼ਿਕਰ ਨਹੀਂ ਹੋਇਆ। ਤੇ ਮੈਂ ਜਦ ਮੇਰੀ ਲੱਤ ਕੱਟ ਗਈ, ਦਸੰਬਰ ਮਹੀਨੇ ਦੀ ਗੱਲ ਹੈ, ਤੇ ਮੈਂ ਇੱਕ ਵਾਰੀ ਪਿੰਡ ਆਏ ਮੇਰੇ ਕੋਲ ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਮੇਰਾ ਸਮਾਨ ਕਿੱਥੇ ਹੈ ਗੋਲਡ ਦਾ। ਤੇ ਇਹਨਾਂ ਨੇ ਕਿਹਾ ਜੀ ਜਿੱਥੇ ਤੂੰ ਰੱਖ ਕੇ ਗਈ ਹੈ ਤੇਰਾ ਸਮਾਨ ਉੱਥੇ ਹੀ ਹੈ। ਤੇ ਫਿਰ ਮੈਂ ਇਹਨਾਂ ਦੇ ਜਿਹੜੇ ਜੀਜਾ ਜੀ ਹੈਗੇ ਆ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀਆ ਜੀ ਮੇਰਾ ਸਮਾਨ ਉੱਥੇ ਪਿਆ ਹੈ ਤੇ ਮੈਨੂੰ ਉੱਥੇ ਜਾਣਾ ਹੈ ਚੰਡੀਗੜ੍ਹ। ਤੇ ਇਹਨਾਂ ਨੇ ਕਿਹਾ ਇੱਕ ਵਾਰੀ ਮੈਨੂੰ ਪੁੱਛ ਲੈਣ ਦੇ ਇਹਦੇ ਤੋਂ ਕਿ ਸਮਾਨ ਕਿੱਥੇ ਹੈ। ਤੇ ਉਹਨਾਂ ਨੂੰ ਫ਼ੋਨ ਕੀਤਾ ਕਿ ਬਾਈ ਉਹਦਾ ਸਮਾਨ ਕਿੱਥੇ ਹੈ, ਕਹਿੰਦੇ ਉੱਥੇ ਹੀ ਹੈ। ਫਿਰ ਉਹਨਾਂ ਨੇ ਜ਼ੋਰ ਲਾ ਕੇ ਪੁੱਛਿਆ ਕਿ ਸਮਾਨ ਉੱਥੇ ਹੀ ਹੈ ਕਿੱਥੇ ਹੈ, ਨਹੀਂ ਉਹ ਵਿਕ ਗਿਆ ਸਮਾਨ। ਅੱਛਾ ਜੀ, ਉਹ ਸਮਾਨ ਵਿਕ ਗਿਆ। ਇਹਨਾਂ ਨੇ ਇਹ ਕਿਹਾ, ਉਹ ਕਹਿੰਦੇ ਕਿੱਥੇ ਵਿਕਿਆ, ਕਦ ਵੇਚਿਆ, ਇਹ ਬਿਮਾਰ ਸੀ, ਇਹਦੀ ਲੱਤ ਖਰਾਬ ਸੀ, ਇਹਦਾ ਆਪਰੇਸ਼ਨ ਕਰਾਉਣਾ ਸੀ, ਮੈਂ ਸਾਰਾ ਸਮਾਨ ਇਹਦਾ ਵੇਚ ਦਿੱਤਾ, ਇਹਦੇ ਉੱਪਰ ਲੱਗ ਗਿਆ। ਤੁਸੀਂ ਕਹਿ ਰਹੇ ਹੋ ਕਿ ਆਪਰੇਸ਼ਨ ਤਾਂ ਜਿਹੜਾ ਕਰਵਾਇਆ ਹੀ ਨਹੀਂ ਹੈਗਾ ਤੁਹਾਡਾ, ਤੇ ਤੁਹਾਡੀ ਲੱਤ ਜਾਣਬੁੱਝ ਕੇ ਉਹਨਾਂ ਨੇ ਤੁਸੀਂ ਜਿਹੜਾ ਕਹਿ ਰਹੇ ਹੋ। ਹਾਂਜੀ। ਤੇ ਫਿਰ ਉਹ ਪੈਸੇ ਕਿੱਥੇ? ਇਹੀ ਮੇਰਾ ਸਵਾਲ ਸੀ ਕਿ ਅਗਰ ਪੈਸੇ ਮੇਰੇ ਉੱਤੇ ਲੱਗੇ ਹੈ ਤੇ ਕਿੱਥੇ ਗਏ ਪੈਸੇ? ਮੇਰੇ ਉੱਪਰ ਤੇ ਲੱਗੇ ਨਹੀਂ, ਤੁਸੀਂ ਤੇ ਬਾਬਿਆਂ ਕੋਲ ਲੈ ਕੇ ਗਏ ਹੋ ਮੈਨੂੰ। ਤੁਸੀਂ ਤੇ ਬਾਬਿਆਂ ਕੋਲ ਘੁਮਾਇਆ, ਮੈਨੂੰ ਹਸਪੀਟਲ ਤੇ ਲੈ ਕੇ ਨਹੀਂ ਗਏ। ਔਰ ਜਿਸ ਵੇਲੇ ਹਸਪੀਟਲ ਲੈ ਕੇ ਗਏ ਉਹ ਐਂਡ ਸਟੇਜ ਸੀਗੀ ਤੇ ਡਾਕਟਰ ਨੇ ਕਹਿ ਦਿੱਤਾ ਕਿ ਭਾਈ ਇਹਨਾਂ ਦਾ ਇਨਫੈਕਸ਼ਨ ਜਿਹੜਾ ਹੈ ਪੇਟ ਤੱਕ ਪਹੁੰਚ ਚੁੱਕਾ ਹੈ, ਕਿ ਅਸੀਂ ਲੱਤ ਅਗਰ ਕੱਟਾਂਗੇ ਤੇ ਹੋ ਸਕਦਾ ਹੈ ਸਾਨੂੰ ਪੇਟ ਤੱਕ ਕੱਟਣੀ ਪੈ ਜਾਏ ਤੇ ਅਸੀਂ ਪੇਟ ਥੋੜੀ ਨਾ ਕੱਟਾਂਗੇ ਤੇ ਇਹ ਤੇ ਬਚੇਗੀ ਨਹੀਂ। ਤੇ ਇਹਦੇ 'ਚ 4 ਗ੍ਰਾਮ ਸਾਰਾ ਖੂਨ ਹੈ ਤੇ ਇਹਦੇ 2-2.5 ਮਹੀਨੇ ਦੀ ਮਹਿਮਾਨ ਹੈ, ਨਹੀਂ ਬਚੇਗੀ, ਇਹਦੀ ਔਖਾ ਹੈ, ਨਹੀਂ ਬਚੇਗੀ। ਤੇ ਹੁਣ ਰੱਬ ਜਾਣੇ ਬੱਚੇ ਦੇ ਸਦਕੇ, ਬੱਚੇ ਦੀ ਕਿਸਮਤ ਨਾਲ ਮੇਰੀ ਜ਼ਿੰਦਗੀ ਬਚ ਗਈ, ਮੈਨੂੰ ਇੱਕ ਨਈ ਜ਼ਿੰਦਗੀ ਮਿਲੀ। ਤੇ ਜਦ ਮੈਂ ਇੱਥੇ ਆਈ ਤੇ ਮੈਨੂੰ ਪਤਾ ਲੱਗਿਆ कि भाई वो मथुड़ वाले मेरे को लाए तो वो कहते सर मैडम आपके हस्बैंड के नाम पे ये लोन है और उस पर 85,000 का आपके ऊपर वो ब्याज बना हुआ है और 2 लाख का उन्होंने लोन लिया हुआ है। मैं एकदम शौक हो गई, मैं बेहोश हो गई सी उस दिन। ते सामने सारे आस-पास दे मेरे सीगे, थल्ले भी आंटी सीगे, सामने आंटी सीगे, ते सारे मेरे सामने सीगे, ते सारे किसी नूं नहीं समझ आ रहा सी कि की होया है। ते मैं एकदम शौक
शौक सी उस टाइम। तो मैं उन्होंने बिठाया, मैं पूछा, मैं क्या ये लोन कब लिया गया? तो कह रहे मैडम ये तो 2017 का लोन है और आपकी ये ज्वेलरी है और 10 तोले ज्वेलरी है आपकी, और इसके ऊपर 2017 अक्टूबर में लोन लिया गया और मुझे नहीं बताया गया। मुझे उन्होंने कहा कि जी आपका 95,000 का ऊपर आपके ब्याज लगा हुआ है, तो मैडम ये आपका आप कर दीजिए इसको पेमेंट, नहीं तो आपका सेल आउट हो जाएगा। मतलब सारा ਤੁਹਾਡੀ ਪ੍ਰੋਪਰਟੀ ਹਥਿਆਉਣ ਦਾ ਉਹ ਸੀਗਾ ਜੀ? जी बिल्कुल बिल्कुल कि ਇਹਦੇ फादर एस्पायर होन जिवें ही, तो मैं अगे पिछे कोई है नहीं, तो जो कुछ है मैं प्यार इमोशनल थोड़ा जिहा ब्लैकमेल करके किसी तरह पटा पटू के कि मैं सारा कुछ अपने ना करा ਲਾਂ। ਤੇ ਮਤਲਬ ਇਹ ਤੁਸੀਂ ਦੇਖ ਸਕਦੇ ਹੋ ਤਾਂ ਜਿਹੜਾ ਅਸੀਂ ਤੁਹਾਨੂੰ ਇਹ ਜਿਹੜੀ ਇਸ ਦਿਲ ਕੰਬਾਊ ਜਿਹੜੀ ਇੱਕ ਸੱਚੀ ਕਹਾਣੀ ਆ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਫਿਲਮੀ ਲੱਗ ਰਿਹਾ ਹੋਊਗਾ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਨੇ ਇੱਕ ਪੰਜਾਬੀ ਕੁੜੀ ਦੇ ਨਾਲ ਵਿਆਹ ਕਰਵਾਇਆ, ਉਸ ਨੂੰ ਕਿਸ ਤਰ੍ਹਾਂ ਦਿੱਲੀ ਤੋਂ ਚੰਡੀਗੜ੍ਹ ਲੈ ਕੇ ਆਇਆ, ਕਿਸ ਤਰ੍ਹਾਂ ਉਸ ਦੀ ਪ੍ਰੋਪਰਟੀ ਹਥਿਆਈ, ਕਿਸ ਤਰ੍ਹਾਂ ਉਸ ਦੀ ਲੱਤ ਵੱਢਣ ਦੇ ਲਈ ਜਿਹੜਾ ਮਜਬੂਰ ਹੋਣਾ ਪਿਆ, ਉਸ ਦੀ ਲੱਤ ਜਾਣਬੁੱਝ ਕੇ ਇਹਨਾਂ ਦੇ ਦੱਸਣ ਦੇ ਮੁਤਾਬਕ ਜਿਹੜੀ ਲੱਤ ਵਢਵਾ ਦਿੱਤੀ ਗਈ। ਉਹ ਲੇਡੀ ਜਿਹਨੇ ਆਪਣਾ ਤਨ ਮਨ ਧਨ ਸਾਰਾ ਕੁਛ ਆਪਦੇ ਪਤੀ ਨੂੰ ਸੌਂਪਤਾ ਸੀ, ਉਹੀ ਪਤੀ ਅੱਜ ਇੰਨਾ ਕੁਛ ਉਹਨਾਂ ਦੇ ਨਾਲ ਕਰਕੇ ਜਿਹੜਾ ਇਸਥੋਂ ਹੁਣ ਗਾਇਬ ਹੋ ਚੁੱਕੇ ਨੇ। ਉਹ ਕਿੱਥੇ ਨੇ, ਕਿੱਥੇ ਕੰਮ ਕਰਦੇ ਨੇ? ਇਹਨਾਂ ਵੱਲੋਂ ਕਈ ਵਾਰ ਪੁੱਛਿਆ ਗਿਆ ਕਿ ਤੁਸੀਂ ਮੈਨੂੰ ਐਡਰੈਸ ਦੱਸ ਦਿਓ, ਤੁਸੀਂ ਮੈਨੂੰ ਪੈਸੇ ਭੇਜ ਦਿਆ ਕਰੋ। ਘਰ ਦੇ ਵਿੱਚ ਇਕੱਲੀ ਲੇਡੀ ਨੂੰ ਇੱਕ ਦਿਨ ਰਹਿਣਾ ਮੁਸ਼ਕਿਲ ਹੋ ਜਾਂਦਾ। ਪਿਛਲੇ 3 ਮਹੀਨਿਆਂ ਤੋਂ ਜਸਮੀਤ ਕੌਰ ਇੱਥੇ ਕੈਦ ਆ। ਸਾਡੇ ਵੀ ਜਿਹੜੇ ਦਿਲ ਦੇ ਵਿੱਚੋਂ ਇਸ ਸਮੇਂ ਇੱਕ ਹੂ ਦੀ ਆਵਾਜ਼ ਨਿਕਲ ਰਹੀ ਹੈਗੀ ਆ ਕਿ ਇਹ ਜਿਹੜੀ ਲੇਡੀ ਇੰਨਾ ਸਮਾਂ ਇੱਥੇ ਕਿਵੇਂ ਇਕੱਲੀ ਰਹਿ ਸਕਦੀ ਹੈ। 3 ਮਹੀਨੇ ਤੋਂ ਇੱਕ ਕੈਦ ਦੀ ਤਰ੍ਹਾਂ ਇੱਕੋ ਹੀ ਫਲੈਟ ਦੇ ਵਿੱਚ ਰਹਿ ਰਹੀ ਹੈ, ਕਿਉਂਕਿ ਥੱਲੇ ਨਹੀਂ ਉਤਰ ਸਕਦੇ। ਜਿਨ੍ਹਾਂ ਦੀ ਲੱਤ ਵੱਡੀ ਹੋਈ ਹੈ ਵੀਲ ਚੇਅਰ ਦੇ ਉੱਤੇ ਸਿਰਫ ਆਪਣੇ ਘਰ ਦੇ ਵਿੱਚ ਹੀ ਥੋੜ੍ਹੇ ਜਿਹੜੇ ਕੰਮ ਨੇ ਉਹ ਕਰਦੇ ਨੇ, ਅਤੇ ਬਾਕੀ ਇਹਨਾਂ ਕੋਲ ਇਸ ਸਮੇਂ ਪੈਸੇ ਵੀ ਖਤਮ ਹੋ ਚੁੱਕੇ ਨੇ, ਕਿਉਂਕਿ ਜਿਹੜੇ ਇਹਨਾਂ ਦੀ ਪ੍ਰੋਪਰਟੀ ਸੀ, ਜਿਹੜੇ ਇਹਨਾਂ ਦੇ ਪਿਤਾ ਜੀ ਦਾ ਕੁਛ ਇਹਨਾਂ ਦੇ ਲਈ ਬਚਾਇਆ ਹੋਇਆ ਧਨ ਸੀਗਾ, ਉਹ ਵੀ ਉਸ ਵਿਅਕਤੀ ਵੱਲੋਂ, ਇਹਨਾਂ ਦੇ ਪਤੀ ਵੱਲੋਂ, ਇਹਨਾਂ ਦੇ ਕਹਿਣ ਦੇ ਮੁਤਾਬਕ ਉਹ ਵੀ ਜਿਹੜਾ ਪੂਰੇ ਦਾ ਪੂਰਾ ਕਿਤੇ ਨਾ ਕਿਤੇ ਉਸ ਚੀਜ਼ ਨੂੰ ਖਰਾਬ ਕਰ ਦਿੱਤਾ ਗਿਆ, ਅਤੇ ਹੁਣ ਇਹਨਾਂ ਨੂੰ ਮੁਹਤਾਜ ਬਣਾ ਦਿੱਤਾ ਗਿਆ। ਇਹਨਾਂ ਕੋਲ ਪੈਸੇ ਨਹੀਂ ਹੈਗੇ, ਰਹਿਣ ਦੇ ਲਈ ਜਗ੍ਹਾ ਇੱਕ ਫਲੈਟ ਹੈਗੀ ਆ, ਉਸ ਨੂੰ ਵੀ ਕਿਹਾ ਜਾ ਰਿਹਾ ਕਿ ਇਸ ਨੂੰ ਵੇਚ। ਇਸ ਬਾਰੇ ਤੁਸੀਂ ਕੀ ਕਰ ਰਹੇ ਸੀ ਕਿ ਇਸ ਨੂੰ ਵੇਚਣ ਦੀ ਗੱਲ ਕੀਤੀ ਜਾ ਰਹੀ? ਸਰ ਇਹ ਫਲੈਟ ਮੈਂ ਚਾਹੁੰਦੀ ਸੀ ਕਿ ਮੇਰੇ ਨਾਂ ਹੋਏ, ਲੇਕਿਨ ਇਹਨਾਂ ਨੇ ਆਪਣੇ ਨਾਂ रजिस्ट्री करवाई सी कि भाई जॉइंट नहीं हो सकता, लोन मेरे ना है तो मेरे ना ही होएगा। मैं मेरे को मेरे फादर दी 5 ਲੱਖ ਦੀ 4-5 ਲੱਖ ਦੀ FDਆਂ ਸੀਗੀਆਂ ਉਸ ਟਾਈਮ, ਤੇ ਮੈਂ ਉਹ ਵੀ ਇਸ ਫਲੈਟ ਵਿੱਚ ਪਾਈਆਂ। ਤੇ ਅੱਜ ਮੈਨੂੰ ਇਹ ਧਮਕੀ ਦਿੰਦੇ ਹੈ ਕਿ ਤੂੰ ਪਿੰਡ ਵਾਪਸ ਚਲੀ ਜਾ, ਬੈਂਕ ਵਾਲੇ ਆ ਜਾਣਗੇ ਤੇ ਤੈਨੂੰ ਖਾਲੀ ਕਰਨਾ ਪਏਗਾ। ਜਦ ਦੀ ਮੈਂ ਇੱਥੇ ਆਈ ਹਾਂ ਇਹਨਾਂ ਨੇ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ। ਮੈਨੂੰ ਬਹੁਤ ਟੌਰਚਰ ਕੀਤਾ ਜਾਂਦਾ ਹੈ ਕਿ ਤੂੰ ਵਾਪਸ ਪਿੰਡ ਚਲੀ ਜਾ, ਕਿ ਇੱਥੋਂ ਆ ਜਾਣਗੇ ਤੇ ਲੌਕ ਕਰ ਦੇਣਗੇ ਤੇ ਫਿਰ ਕਿੱਥੇ ਜਾਏਂਗੀ, ਤੇ ਬੱਚਾ ਮੇਰੀ ਭੈਣਾਂ ਨੂੰ ਦੇ ਦੇ ਤੂੰ, ਜਾਂ ਤੇ ਤੂੰ ਜਿੱਥੇ ਮਰਜ਼ੀ ਆ ਜਾ, ਸਾਨੂੰ ਤੇਰੇ ਤੋਂ ਕੋਈ ਮਤਲਬ ਨਹੀਂ, ਤੂੰ ਬੱਚਾ ਮੇਰੀ ਭੈਣਾਂ ਨੂੰ ਦੇ ਦੇ ਜਾਂ ਮੈਂ ਬੱਚਾ ਲੈ ਕੇ ਚਲਾ ਜਾਵਾਂਗਾ, ਤੂੰ ਜਿੱਥੇ ਮਰਜ਼ੀ ਮਰ ਜਾ ਕੇ। ਅੱਛਾ, ਅਤੇ ਤੁਸੀਂ ਇੰਨਾ ਕੁਛ ਕਹਿ ਰਹੇ ਹੋ, ਤੁਹਾਡੇ ਨਾਲ ਇੰਨਾ ਕੁਛ ਹੋਇਆ, ਇਹਦਾ ਕੀ ਕਾਰਨ ਆ ਜੀ? ਤੁਸੀਂ ਜਿਹੜੀ ਅਰੇਂਜ ਮੈਰਿਜ ਤੁਹਾਡੀ ਹੋਈ ਸੀ, ਤੁਹਾਡੇ ਜਿਹੜੇ ਸਹੁਰਾ ਪਰਿਵਾਰ ਹੈਗਾ ਉਹ ਕੌਣ ਕਹਿ ਰਿਹਾ ਤੁਹਾਨੂੰ ਕਿ ਬੱਚਾ ਤੁਹਾਡੇ ਤੋਂ ਛੀਨ ਕੇ ਲੈ ਜਾਵਾਂਗੇ, ਜਾਂ ਤੁਹਾਡੇ ਹਸਬੈਂਡ ਕਹਿ ਰਹੇ ਨੇ, ਕੌਣ ਕਹਿ ਰਿਹਾ ਤੁਹਾਨੂੰ? ਸਰ ਮੇਰੇ ਹਸਬੈਂਡ ਵੀ ਕਹਿੰਦੇ ਆ ਕਿ ਮੈਂ ਜਿਸ ਦਿਨ ਆਵਾਂਗਾ ਮੈਂ ਬੱਚਾ ਲੈ ਜਾਵਾਂਗਾ, ਜਿਸ ਦਿਨ ਆਵਾਂਗਾ ਮੈਂ ਬੱਚਾ ਲੈ ਜਾਵਾਂਗਾ। ਇਸ ਤਰ੍ਹਾਂ ਕਈ ਵਾਰੀ ਮੇਰੇ ਨਾਲ ਹੋ ਚੁੱਕਾ ਹੈ। ਅਤੇ ਉੱਧਰੋਂ ਮੇਰੀ ਜਿਹੜੀ ਨਨੰਦ ਹੈਗੀ ਆ ਉਹ ਵੀ ਕਹਿੰਦੇ ਹੈ ਕਿ ਬਈ ਬੱਚਾ ਅਸੀਂ ਲੈ ਜਾਵਾਂਗੇ, ਬੱਚਾ ਤੈਨੂੰ ਵੀ ਨਹੀਂ ਦੇਣਾ, ਬੱਚਾ ਉਹਨੂੰ ਵੀ ਨਹੀਂ ਦੇਣਾ, ਬੱਚਾ ਅਸੀਂ ਲੈ ਜਾਣਾ। ਅਤੇ ਸਰ ਇਹ ਦੱਸੋ ਕਿ ਮੇਰਾ ਬੱਚੇ ਤੋਂ ਇਲਾਵਾ ਹੋਰ ਹੈ ਕੌਣ? ਉਹਨੂੰ ਦੇਖ ਕੇ ਮੈਂ ਜੀਨੀ ਆ। ਨਹੀਂ ਰੋਣਾ ਜੀ, ਕੋਈ ਗੱਲ ਨਹੀਂ, ਰੋਣਾ ਜੀ ਪਲੀਜ਼। ਉਹ ਵੀ ਮੇਰੇ ਤੋਂ ਛਿਨ ਜਾਏਗਾ ਅਤੇ ਮੇਰੇ ਕੋਲ ਬੱਚਿਆ ਕੀ ਜੀਣ ਦਾ ਸਹਾਰਾ ਹੀ ਨਹੀਂ ਹੈ ਮੇਰਾ। ਉੱਪਰੋਂ ਮੈਨੂੰ ਕਿਹਾ ਜਾਂਦਾ ਕਿ ਇੱਥੋਂ ਚਲੀ ਜਾ, ਵਾਪਿਸ ਪਿੰਡ ਚਲੀ ਜਾ। ਉੱਥੇ ਮੇਰੀ ਮਦਰ ਇਨ ਲਾਅ ਹੈਗੀ ਹੈ, ਉਹ ਬਜ਼ੁਰਗ ਹੈਗੀ ਹੈ, ਉਹਦੇ ਨਾਲ ਮੇਰੀ ਨਹੀਂ ਬਣਦੀ, ਉਹਦੇ ਨਾਲ ਹਮੇਸ਼ਾ ਮੇਰੀ ਲੜਾਈ ਹੁੰਦੀ ਹੈ, ਕੁਛ ਨਾ ਕੁਛ ਬੋਲਦੀ ਰਹਿੰਦੀ ਹੈ, ਗਾਲਾਂ ਕੱਢਦੀ ਰਹਿੰਦੀ ਹੈ। ਅਤੇ ਮੈਂ ਉੱਥੇ ਜਾ ਕੇ ਕੀ ਕਰਾਂ? ਉੱਥੇ ਚਲੇ ਜਾਓ ਅਤੇ ਬੱਚਾ ਇਹਨਾਂ ਦੀਆਂ ਸਿਸਟਰ ਲੈ ਜਾਂਦੀਆਂ ਨੇ ਅਤੇ ਬੱਚਾ ਮੇਰੇ ਤੋਂ ਦੂਰ ਹੋ ਜਾਂਦਾ ਹੈ। ਅਤੇ ਮੈਂ ਉੱਥੇ ਕਿਉਂ ਜਾਵਾਂ ਸਰ? ਮੈਂ ਕਿਉਂ ਗਾਲਾਂ ਖਾਵਾਂ? ਮਰਨਾ ਹੈ ਤੇ ਮੈਂ ਇੱਥੇ ਹੀ ਮਰਾਂਗੀ ਨਾ। ਨਹੀਂ ਚਲੋ ਮਰਨਾ ਤਾਂ ਕਾਹਨੂੰ ਜੀ, ਇਹੋ ਜਿਹਾ ਕੋਈ ਇੱਦਾਂ ਨਾ ਸੋਚੋ, ਕੋਈ ਗੱਲ ਨਹੀਂ, ਅਤੇ ਤੁਸੀਂ ਰੋ ਨਾ, ਕੋਈ ਗੱਲ ਨਹੀਂ। ਅਤੇ ਮਤਲਬ ਤੁਸੀਂ ਜਿਵੇਂ ਤੁਹਾਡੇ ਜਿਨ੍ਹਾਂ ਨੇ ਤੁਹਾਡਾ ਵਿਆਹ ਕਰਵਾਇਆ ਸੀਗਾ ਜਾਂ ਹੋਰ ਤੁਹਾਡੇ ਰਿਸ਼ਤੇਦਾਰ, ਉਹ ਕੁਛ ਨਹੀਂ ਕਰ ਰਹੇ ਜੀ ਇਸ ਮਾਮਲੇ 'ਚ? ਸਰ ਉਹ ਜਿਨ੍ਹਾਂ ਨੇ ਵਿੱਚ ਵਿਆਹ ਕਰਾਇਆ ਸੀ ਉਹ ਮੇਰੇ ਫਾਦਰ ਦੇ ਫਰੈਂਡ ਸੀਗੇ, ਬ੍ਰਦਰ ਹੀ ਹੈਗੇ ਮੇਰੇ ਲੱਗਦੇ, ਅਤੇ ਰੀਅਲ ਬ੍ਰਦਰ ਨਹੀਂ ਹੈਗੇ, ਵੈਸੇ ਹੀ ਹੈਗੇ, ਪਾਪਾ ਦੇ ਫਰੈਂਡ ਸੀਗੇ। ਅਤੇ ਉਹਨਾਂ ਨੇ ਇਹ ਰਿਸ਼ਤਾ ਕਰਾਇਆ ਸੀ, ਅਤੇ ਇਹਨਾਂ ਦੀ ਤਰਫੋਂ ਇਹਨਾਂ ਦੇ ਜੀਜਾ ਜੀ ਸੀਗੇ, ਜਿਹੜੇ ਛੋਟੇ ਜੀਜਾ ਜੀ ਹੈਗੇ, ਅਤੇ ਉਹ ਸੀਗੇ ਵਿੱਚ, ਅਤੇ ਇਹਨਾਂ ਦੋਨਾਂ ਨੇ ਹੀ ਮਿਲ ਕੇ ਮੇਰਾ ਰਿਸ਼ਤਾ ਕਰਾਇਆ ਸੀਗਾ। ਅੱਛਾ, ਇਹ ਵੀ ਅਸੀਂ ਜਿਹੜੀ ਇੱਥੇ ਦੱਸ ਦਈਏ ਕਿ ਜਸਮੀਤ ਕੌਰ ਦੇ ਹੁਣ ਨਾ ਕੋਈ ਭੈਣ ਅਤੇ ਨਾ ਭਰਾ, ਨਾ ਮਾਂ, ਨਾ ਪਿਓ, ਇਕੱਲੀ ਜਸਮੀਤ ਕੌਰ ਆਪਣੀ ਇਸ
ਦੁੱਖ ਭਰੀ ਜ਼ਿੰਦਗੀ ਨੂੰ ਕੱਟ ਰਹੀ ਆ ਤੇ ਬਹੁਤ ਹੀ ਮੁਸ਼ਕਲ ਹਾਲਾਤਾਂ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਰਹੀ ਆ। ਅਸੀਂ ਆਪਣੇ ਚੈਨਲ ਦੇ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹਾਂ, ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਐਡਵੋਕੇਟ ਜਾਂ ਕੋਈ ਲਾਇਰ ਤੇ ਜੇ ਹੋਰ ਵੀ ਕੋਈ ਸਰਕਾਰ ਤੱਕ ਵੀ ਅਸੀਂ ਇਹਨਾਂ ਦੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਮਦਦ ਕੀਤੀ ਜਾਵੇ। ਤੁਸੀਂ ਰੋ ਨਾ ਜੀ, ਕੋਈ ਗੱਲ ਨਹੀਂ, ਤੇ ਇਹਨਾਂ ਦੀ ਜਿਹੜੀ ਮਦਦ ਕਿਸੇ ਵੀ ਤਰੀਕੇ ਨਾਲ ਕੀਤੀ ਜਾਵੇ। ਤੇ ਤੁਹਾਨੂੰ ਛੱਡ ਕੇ ਚਲੇ ਗਏ ਨੇ, ਤੁਹਾਨੂੰ ਕਿੱਥੇ ਰਹਿ ਰਹੇ ਨੇ ਇਹ ਨਹੀਂ ਤੁਹਾਨੂੰ ਪਤਾ, ਇਹਦੇ ਪਿੱਛੇ ਕੀ ਕਾਰਨ ਹੈ ਜੀ? ਮੈਨੂੰ ਨਹੀਂ ਪਤਾ ਸਰ, ਮੈਂ ਬਹੁਤ ਵਾਰੀ ਇਹਨਾਂ ਨੂੰ ਪੁੱਛਿਆ ਕਿ ਮੈਨੂੰ ਤੁਸੀਂ ਐਡਰੈਸ ਦਿਓ, ਮੈਨੂੰ ਨਹੀਂ ਦੱਸਣਾ, ਮੈਂ ਕਿਸੇ ਨੂੰ ਭੇਜਣੀ ਹੈ, ਤੁਹਾਡੇ ਤੋਂ ਕਿਸੇ ਨੇ ਮਿਲਣਾ है, किसी ने मैं इस बहाने नाल भी पूछा, इन्होंने क्या कौन है, किसने मिलना है, मुझे मेरी मर्जी, मुझे मिलना है या नहीं मिलना, आप मेरी बात करा दो उससे, मुझे मिलना होगा मिलूंगा, नहीं मिलना होगा नहीं मिलूंगा। मैंने कहा आप एड्रेस तो दो, मैं आपकी वाइफ हूँ, मैं मेरा जानने का हक है कि आप कहाँ पे हो, आप कहाँ जॉब करते हो। मैं मार्केटिंग करता हूँ। मैंने कहा ठीक है, आप मार्केटिंग करते हो, किस कंपनी में करते हो, कंपनी का कोई नंबर है आप वो बताइए मुझे। नहीं जी, मेरे पास एक छोटा सा कीपैड वाला फ़ोन लैके आंदे है कि मेरे को व्हाट्सअप नहीं चलता, मेरे को जी फेसबुक नहीं चलता, मेरा कुछ नहीं चलता है कीपैड। ਮੈਨੂੰ ऐसा किया जाता है, मैनू पता है कि इन्हों का दूजा नंबर है तो व्हाट्सअप भी चलता है, फेसबुक भी चलता है, सब कुछ चलता है। मैं इत्थे तक किया कि मैं क्या तुसी दूर रह रहे हो, चलो मान लिया तुसी मजबूर हो, नहीं आ सकते, तुहानू छुट्टी नहीं मिली, एक बारी वीडियो कॉल करके अपने बच्चे नू तो देख लो। ਤੁਸੀਂ ਮੈਨੂੰ ਨਹੀਂ ਮਿਲਣ ਆ ਸਕਦੇ, ਕੋਈ ਗੱਲ ਨਹੀਂ, ਇੱਕ ਵਾਰੀ ਆਪਣੇ ਬੱਚੇ ਨੂੰ ਤੇ ਦੇਖ ਲਓ, ਬੱਚੇ ਦਾ ਤੇ ਪਿਆਰ ਹੁੰਦਾ ਹੈ ਮਾਂ ਪਿਓ ਨਾਲ, ਬੱਚਾ ਤੁਹਾਨੂੰ ਯਾਦ ਕਰਦਾ ਹੈ, ਰੋਂਦਾ ਹੈ, ਉਹਨੂੰ ਤੇ ਦੇਖ ਲਓ। लेकिन ਇਹਨਾਂ ने किया जी नहीं, मेरे को है ही नहीं व्हाट्सएप वाला कॉल ही, फ़ोन ही नहीं है मेरे पास, तो मैं कहाँ से करूँगा। ਕੋਈ ਹੋਰ ਲੜਕੀ ਦਾ ਕੋਈ ਇੱਦਾਂ ਦਾ ਕੋਈ ਚੱਕਰ ਕੁਛ ਨਹੀਂ? ਸਰ ਮੈਨੂੰ ਡਾਊਟ ਪੂਰਾ ਹੈ ਕਿ ਇਹ ਕਿਸੇ ਹੋਰ ਰਿਲੇਸ਼ਨ ਵਿੱਚ ਹੈਗੀ ਹੈ। ਬਾਕੀ ਜਿੱਥੋਂ ਤੱਕ ਮੈਨੂੰ ਆਈਡੀਆ ਹੈ, ਜਿੱਥੋਂ ਤੱਕ ਮੈਨੂੰ ਡਾਊਟ ਹੈ ਕਿ ਅੱਜ ਵੀ ਇਹ ਉਹਨਾਂ ਦੇ ਨਾਲ ਹੈ ਇਸ ਟਾਈਮ ਵੀ, ਤੇ ਉਹ ਦੋਨੋਂ ਇਕੱਠੇ ਰਹਿ ਰਹੇ ਹੈ। ਤੇ ਕਿੱਥੇ ਹੈ ਇਹ ਨਹੀਂ ਮੈਨੂੰ ਪਤਾ, ਨਾ ਹੀ ਇਹ ਮੈਨੂੰ ਦੱਸਦੇ ਹੈ। ਇਹ ਮੈਨੂੰ ਜਿੱਥੇ ਤੱਕ ਆਈਡੀਆ ਹੈ ਕਿ ਇਹ ਇਕੱਠੇ ਹੈ ਅੱਜ ਵੀ। ਅੱਛਾ, ਤੁਸੀਂ ਕੋਈ ਇਹਦੀ ਤੁਹਾਨੂੰ ਇੰਨੇ ਦਿਨ ਹੋ ਗਏ, 3 ਮਹੀਨੇ ਜੇਕਰ ਅਸੀਂ ਗੱਲ ਕਰੀਏ, 90 ਦਿਨ ਬਹੁਤ ਵੱਡਾ ਪੀਰੀਅਡ ਹੁੰਦਾ ਕਿ ਤੁਸੀਂ ਬਿਲਕੁਲ ਥੱਲੇ ਉਤਰੇ ਨਹੀਂ, ਕਿ ਖਾਣ ਪੀਣ ਦਾ ਸਮਾਨ ਤੁਹਾਨੂੰ ਆਲੇ ਦੁਆਲੇ ਦੇ ਲੋਕ ਲੈ ਕੇ ਦੇ ਕੇ ਜਾਂਦੇ ਨੇ, ਤੁਸੀਂ ਚੱਲਣ ਦੇ ਵਿੱਚ ਅਸਮਰੱਥ ਹੋ, ਕਿਤੇ ਜਾ ਨਹੀਂ ਸਕਦੇ ਹੈਗੇ, ਖਾਣਾ ਬਣਾਉਣਾ, ਬੱਚੇ ਨੂੰ ਸਕੂਲ ਭੇਜਣਾ ਜਾਂ ਮਤਲਬ ਜੋ ਵੀ ਹੈ, ਕਿਉਂਕਿ ਇੱਥੇ ਲੋਕ ਇੱਕ ਦਿਨ 2 ਦਿਨ ਦੇ ਲੋਕਡਾਊਨ ਤੋਂ ਘਬਰਾ ਗਏ ਸੀਗੇ, ਬਾਹਰ ਭੱਜ ਰਹੇ ਸੀ, ਪੁਲਿਸ ਨੇ ਪਕੜਨੇ। ਤੁਸੀਂ 3 ਮਹੀਨੇ ਤੋਂ ਇੱਥੇ ਕੈਦ ਰਹਿ ਰਹੇ ਹੋ, ਕਿ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ, ਕਿ ਤੁਸੀਂ ਕੋਈ ਕਾਨੂੰਨੀ ਕਾਰਵਾਈ ਚਾਹੁੰਦੇ ਹੋ ਜਾਂ ਕੀ ਕਹਿਣਾ ਚਾਹੁੰਦੇ? ਸਰ ਮੈਂ ਚਾਹੁੰਦੀ ਹਾਂ ਮੇਰੀ ਹੈਲਪ ਕੀਤੀ ਜਾਏ, ਮੇਰਾ ਬੰਦਾ ਜਿੱਥੇ ਹੈ ਉਹਨੂੰ ਦੱਸਿਆ ਜਾਏ ਕਿ ਤੇਰੀ ਵਾਈਫ ਇਸ ਤਰ੍ਹਾਂ ਹੈ, ਤੂੰ ਉਹਨੂੰ ਸੰਭਾਲ, ਆਪਣੇ ਬੱਚੇ ਨੂੰ ਸੰਭਾਲ, ਆਪਣੇ ਘਰ-ਬਾਰ ਨੂੰ ਸੰਭਾਲ, ਜਿਹੜੇ ਜਿੱਥੇ ਵੀ ਹੈ ਤੂੰ ਆਪਣਾ ਘਰ ਸੰਭਾਲ, ਆਪਣੇ ਘਰ ਵੱਲ ਦੇਖੋ, ਆਪਣੇ ਘਰ-ਬਾਰ ਨੂੰ ਸੰਭਾਲੋ। ਜੋ ਕੁਛ ਹੈ, ਜੋ अगर नहीं रहना चाहते, मतलब ਤੁਸੀਂ नहीं रहना चाहते तो कोई गल नहीं, मेरा समान, मेरी प्रॉपर्टी, मेरी ज्वैलरी जो कुछ है सी मेरा, मैनू वापस दिता जाए कि ਤੁਸੀਂ ਆਪਣੀ ਜ਼ਿੰਦਗੀ ਕੱਟ ਸਕੋ, ताकि मैं अपनी लाइफ कट सकां। मेरे नाल छोटा बच्चा है, ਉਹਦਾ हक दिता जाए, मेरा हक दिता जाए। ਤੁਸੀਂ नहीं रहना चाहते कोई दिक्कत नहीं है, मैनू कोई प्रॉब्लम नहीं है, ਜਿਹਦੇ ਨਾਲ रहना चाहते ਉਹਦੇ ਨਾਲ ਰਹੋ। मेरी चीज़ां, मेरा हक मैनू दिता जाए, मेरे बच्चे का हक दिता जाए, मैनू सिक्योरिटी दिती जाए। ਨਹੀਂ ਹੁਣ ਤੁਹਾਨੂੰ ਅਜਿਹੀ ਹਾਲਤ ਦੇ ਵਿੱਚ ਛੱਡ ਕੇ ਜਾਣਾ ਕਿੱਥੋਂ ਦੀ ਇਨਸਾਨੀਅਤ ਆ, ਕਿ ਜਦੋਂ ਤੁਹਾਨੂੰ ਉਹਨਾਂ ਦੀ ਸਭ ਤੋਂ ਵੱਧ ਲੋੜ ਸੀ ਇਸ ਸਮੇਂ ਦੇ ਵਿੱਚ, ਜਿਹੜੀ ਜੇਕਰ ਅਸੀਂ ਕਿਸੇ ਨੂੰ ਵੀ ਗੱਲ ਕਰੀਏ, ਜਦੋਂ ਬੰਦਾ ਤਕਲੀਫ ਦੇ ਵਿੱਚ ਹੁੰਦਾ, ਇਕੱਲਾਪਨ ਸਭ ਤੋਂ ਵੱਡੀ ਜਿਹੜੀ ਘਾਤਕ ਚੀਜ਼ ਆ, ਜਿਹੜੀ ਬੰਦੇ ਨੂੰ ਅੰਦਰੋਂ ਅੰਦਰ ਹੀ ਖਤਮ ਕਰ ਦਿੰਦੀ ਹੈ। ਇਕੱਲਾਪਨ ਜਿਹੜਾ ਬੰਦੇ ਦਾ, ਉਹ ਬੰਦੇ ਨੂੰ ਅੰਦਰੋਂ ਦੀ ਮਾਰਨਾ ਸ਼ੁਰੂ ਕਰ ਦਿੰਦਾ। ਤੇ ਉਹ ਵੀ ਉਸ ਸਮੇਂ ਜਦੋਂ ਲੋਕਡਾਊਨ ਲੱਗਿਆ ਹੋਇਆ, ਬਾਹਰ ਵੈਸੇ ਹੀ ਤੁਸੀਂ ਨਿਕਲ ਨਹੀਂ ਸਕਦੇ, ਤੇ ਤੁਸੀਂ 3 ਮਹੀਨੇ ਤੋਂ ਇਸ ਇੱਕ ਮਕਾਨ ਦੇ ਵਿੱਚ, 2 ਫਲੈਟ ਦੇ ਮਕਾਨ ਦੇ ਵਿੱਚ, 2 ਕਮਰਿਆਂ ਦੇ ਫਲੈਟ ਦੇ ਵਿੱਚ ਤੁਸੀਂ ਰਹਿ ਰਹੇ ਹੋ, ਤੇ ਤੁਸੀਂ ਥੱਲੇ ਨਹੀਂ ਜਾ ਸਕਦੇ। ਕਿੱਡੀ ਮੁਸ਼ਕਲ ਦੀ ਘੜੀ ਆ। ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਹੈਲਪ ਕੀਤੀ ਜਾਵੇ। ਤੇ ਜੇਕਰ ਇਹਨਾਂ ਦੇ ਜਿਹੜੇ ਹਸਬੈਂਡ ਨੇ, ਕੀ ਨਾਂ ਤੁਸੀਂ ਭਾਵਿਸ਼ ਸੈਣੀ ਵੀ ਜੇਕਰ ਇਸ ਚੀਜ਼ ਨੂੰ ਕਿਤੇ ਦੇਖ ਰਹੇ ਹੋਣ ਤਾਂ ਇਹਨਾਂ ਨਾਲ ਸੰਪਰਕ ਕਰਨ। ਤੇ ਤੁਹਾਨੂੰ ਕੋਈ ਉਹਨਾਂ ਵੱਲੋਂ ਕੋਈ ਮਾਈਕ ਸ਼ਾਇਦ ਕੋਈ ਪੈਸੇ ਪੂਸੇ ਨਹੀਂ ਭੇਜੇ ਜਾਂਦੇ, ਪਰ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿੱਥੇ ਪੈਸੇ ਕੀ ਭੇਜੇ। ਸਰ ਮੈਨੂੰ ਪੈਸੇ ਭੇਜੇ ਜਾਂਦੇ ਹੈ, ਮੈਨੂੰ 4000 ਰੁਪਇਆ ਸਿਰਫ ਭੇਜਿਆ ਜਾਂਦਾ ਹੈ। ਉਹਦੇ ਵਿੱਚੋਂ 3000 ਰੁਪਇਆ ਮੇਰੀ ਡਰੈਸਿੰਗ ਹਲੇ ਵੀ ਚੱਲਦੀ ਹੈ। 3000 ਰੁਪਇਆ ਡਰੈਸਿੰਗ ਵਾਲਾ ਇੱਕ ਦਿਨ ਛੱਡ ਕੇ ਡਰੈਸਿੰਗ ਕਰਦਾ ਹੈ, 200 ਰੁਪਏ ਲੈਂਦਾ ਹੈ। 3000 ਰੁਪਏ ਉਹ ਲੈ ਜਾਂਦਾ, 1500 ਰੁਪਏ ਮੈਂ ਕੰਮ ਵਾਲੀ ਨੂੰ ਦਿੰਦੀ ਹਾਂ, 4500 ਤਾਂ ਇਹੀ ਹੋ ਗਿਆ ਸਰ। 4000 ਵਿੱਚ ਕੀ ਗੁਜ਼ਾਰਾ ਹੋਏਗਾ ਤੁਸੀਂ ਦੱਸੋ? ਬੱਚੇ ਦਾ ਸਾਥ ਹੈ ਮੇਰਾ। ਬੜੇ ਮੁਸ਼ਕਲ ਹਾਲਾਤ ਨੇ, ਬੜੇ ਹੀ ਇੱਕ ਦਿਲ ਨੂੰ ਕੰਬਾ ਦੇਣ ਵਾਲੀਆਂ ਜਿਹੜੀਆਂ ਗੱਲਾਂ ਨੇ ਜਸਮੀਤ ਕੌਰ ਵੱਲੋਂ ਸਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਇਸ ਚੀਜ਼ ਨੂੰ ਦੇਖ ਰਿਹਾ ਹੋਵੇ
ਤਾਂ ਖਰੜ ਦੇ ਇਲਾਕੇ ਦੇ ਵਿੱਚ ਜਿਹੜੀ ਸੁਸਾਇਟੀ ਬਣੀ ਹੋਈ ਆ ਉੱਥੇ ਇਹ ਰਹਿ ਰਹੇ ਨੇ, ਤਾਂ ਇਹਨਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਇਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ। ਅਸੀਂ ਵੀ ਪ੍ਰਸ਼ਾਸਨ ਤੱਕ ਇਹਨਾਂ ਦੀ ਜਿਹੜੀ ਬੇਬਸੀ ਹੈਗੀ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਅੱਛਾ, ਜਿਵੇਂ ਤੁਸੀਂ ਕਿੰਨਾ ਕੁ ਹੈਂਡੀਕੈਪ ਜਿਹੜੀ ਤੁਹਾਨੂੰ ਲੱਤ ਜਿੱਥੇ ਤੁਹਾਡੀ ਲੱਤ ਨੂੰ ਕੱਟਣਾ ਪਿਆ ਸੀ, ਉਹ ਸਾਰਾ ਵਿਆਹ ਦੇ ਸਰਟੀਫਿਕੇਟ ਸਾਰੇ ਤੁਹਾਡੇ ਕੋਲ ਹੈ ਜੀ ਕੁਛ? ਹਾਂਜੀ, ਵਿਆਹ ਦੇ ਸਰਟੀਫਿਕੇਟ ਹੈਗੇ ਮੇਰੇ ਕੋਲ, ਗੁਰਦੁਆਰੇ ਵਿਆਹ ਹੋਇਆ ਸੀ ਉੱਥੋਂ ਦਾ ਸਰਟੀਫਿਕੇਟ ਹੈਗਾ ਮੇਰੇ ਕੋਲ। ਅੱਛਾ ਜੀ, ਤੇ ਜਿਹੜੇ ਇਹਦੇ ਐਕਚੁਅਲੀ ਨਹੀਂ, ਮੈਡੀਕਲ ਪੇਪਰਸ ਮੇਰੇ ਕੋਲ ਨਹੀਂ ਹੈਗੇ। ਅਤੇ ਮੇਰੇ ਫਾਦਰ ਨੇ ਇੱਕ ਪਲਾਟ ਲਿੱਤਾ ਸੀਗਾ ਇੱਥੇ ਰਾਏਪੁਰ ਰਾਣੀ ਪੰਚਕੂਲਾ ਵਿੱਚ, ਅਤੇ ਜਿਸ ਵੇਲੇ ਮੇਰੇ ਫਾਦਰ ਸੀਗੇ ਅਤੇ ਉਹਨਾਂ ਨੇ ਉਹ ਲਿੱਤਾ ਸੀ, ਕੋਈ SRS ਬਿਲਡਰ ਹੈਗੇ ਫਰੀਦਾਬਾਦ, ਉਹਨਾਂ ਦੇ ਥਰੂ ਲਿੱਤਾ ਸੀਗਾ। ਅਤੇ ਉਹਨਾਂ ਨੇ ਪੇਮੈਂਟ ਕੀਤੀ ਸੀ 8 ਲੱਖ ਕੁਛ ਹਜ਼ਾਰ ਦੀ ਪੇਮੈਂਟ ਹੋਈ ਸੀ, ਉਹ ਚੈੱਕ ਦੇ ਥਰੂ ਹੋਈ ਸੀ, ਅਤੇ ਉਹਦੀ ਰਸੀਦਾਂ ਸੀਗੀਆਂ ਓਰੀਜਨਲ। ਅਤੇ ਉਹ ਅੱਜ ਬਿਲਡਰ ਜਿਹੜਾ ਹੈਗਾ ਉਹ ਕਹਿੰਦੇ ਆ ਕਿ ਜੇਲ੍ਹ ਵਿੱਚ ਹੈਗਾ, ਅਤੇ ਉਹਦੀ ਰਜਿਸਟਰੀ ਨਹੀਂ ਹੋਈ ਹਲੇ। ਅਤੇ ਜਦ ਮੇਰੇ ਫਾਦਰ ਐਕਸਪਾਇਰ ਹੋਏ ਅਤੇ ਉਹ ਪਲਾਟ ਸੀ 250 ਗਜ ਦਾ, ਅਤੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਜੀ ਮੈਨੂੰ ਇਹ ਪਲਾਟ ਥੋੜ੍ਹਾ ਛੋਟਾ ਕਰ ਦਿਓ, ਅਤੇ ਉਹਨਾਂ ਨੇ ਕਿਹਾ ਜੀ ਠੀਕ ਹੈ 160 ਗਜ ਦਾ ਜਿੰਨੇ ਪੈਸੇ ਹੈਗੇ ਇਹਦੇ 'ਚ 160 ਗਜ ਦਾ ਆ ਜਾਏਗਾ ਤੁਹਾਡਾ। ਅਤੇ ਮੈਂ ਕਿਹਾ ਠੀਕ ਹੈ ਜੀ, ਮੈਨੂੰ 160 ਗਜ ਦਾ ਕਰ ਦਿਓ, ਅਤੇ ਰਜਿਸਟਰੀ ਦਾ ਕਰਨੀ ਸੀਗੀ। ਅਤੇ ਉਹ ਪੇਪਰ ਮਤਲਬ ਉਹਨਾਂ ਕੋਲ? ਹਾਂਜੀ, ਸਾਰੇ ਪੇਪਰ ਉਹ ਓਰੀਜਨਲ ਜਿਹੜੇ ਪੇਪਰ ਸੀਗੇ ਉਹ ਸਾਰੇ ਉਹ ਲੈ ਗਏ ਹੈ। ਮੇਰਾ ਆਧਾਰ ਕਾਰਡ, ਮੇਰਾ ਪੈਨ ਕਾਰਡ, ਬੱਚੇ ਦਾ ਬਰਥ ਸਰਟੀਫਿਕੇਟ, ਬੱਚੇ ਦਾ ਆਧਾਰ ਕਾਰਡ ਕਿ ਮੈਂ ਕੱਲ੍ਹ ਨੂੰ ਉਸਨੂੰ ਸਕੂਲ ਵੀ ਪਾਉਣਾ ਹੈ, ਮੇਰੇ ਕੋਲ ਕੁਛ ਨਹੀਂ ਹੈਗਾ ਸਰ। ਮੇਰੇ ਸਾਰੇ ਪੇਪਰ ਲੈ ਗਏ, ਪ੍ਰਾਪਰਟੀ ਦੇ ਪੇਪਰ ਵੀ ਇਹ ਲੈ ਜਾ ਚੁੱਕੀ ਹੈ ਮੇਰੇ ਕੋਲ ਇਸ ਟਾਈਮ ਕੁਛ ਵੀ ਨਹੀਂ ਹੈਗਾ। ਅਸੀਂ ਜਿਹੜਾ ਇਹਦੀ ਜਿਹੜੀ ਮੈਡੀਕਲ ਦੀ ਜਿਹੜੀ ਰਿਪੋਰਟਸ ਹੈਗੀਆਂ ਨੇ ਇਹ ਕਿੱਥੇ ਨੇ ਜੀ? ਰਿਪੋਰਟਸ ਮੇਰੇ ਕੋਲ ਹੈਗੀਆਂ, ਬਾਕੀ ਜੋ ਓਰੀਜਨਲ ਜਿਹੜੀ ਉੱਥੇ ਡਿਸਚਾਰਜ ਪੇਪਰ ਵਗੈਰਾ ਜਿਹੜੀ ਫਾਈਲ ਵਗੈਰਾ ਬਣੀ ਉਹ ਸਾਰਾ ਕੁਛ ਇਹਨਾਂ ਕੋਲ ਹੈਗਾ। ਸੋ ਇਹ ਇੱਕ ਤੁਹਾਨੂੰ ਅੱਜ ਅਸੀਂ ਇੱਦਾਂ ਦੀ ਕਿਉਂਕਿ ਕਰੋਨਾ ਦੀਆਂ ਖਬਰਾਂ ਦੇ ਨਾਲ ਤੁਸੀਂ ਰੋਜ਼ ਜਿਹੜਾ ਕਰੋਨਾ ਦੀਆਂ ਖਬਰਾਂ ਹੀ ਸੁਣਦੇ ਹੋ, ਇਹ ਜਿਹੜੀ ਅੱਜ ਅਸੀਂ ਤੁਹਾਨੂੰ ਇੱਕ ਇਸ ਜਸਮੀਤ ਕੌਰ ਨਾਂ ਦੀ ਲੇਡੀ ਦੀ ਇੱਕ ਕਹਾਣੀ ਜਿਹੜੀ ਸੱਚੀ ਕਹਾਣੀ ਆ ਅਤੇ ਉਹ ਤੁਹਾਨੂੰ ਸੁਣਾਈ ਹੈ। ਕਿੰਨੀ ਮੁਸ਼ਕਿਲ ਦੇ ਨਾਲ ਉਹ ਇੱਥੇ ਰਹਿ ਰਹੇ ਨੇ ਅਤੇ ਅਸੀਂ ਵਾਰ-ਵਾਰ ਆਪਣੇ ਚੈਨਲ ਦੇ ਰਾਹੀਂ ਬੇਨਤੀ ਕਰ ਰਹੇ ਹਾਂ ਕਿ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ। ਅਸੀਂ ਵੀ ਆਪਣੇ ਤੌਰ 'ਤੇ ਜਿਹੜਾ ਪ੍ਰਸ਼ਾਸਨ ਤੱਕ ਇਹਨਾਂ ਦੀ ਹੈਲਪਲੈਸ ਜਿਹੜੀ ਹੈਗੀ ਆ, ਬੇਬਸੀ ਹੈਗੀ, ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਬਾਕੀ ਲੇਕਿਨ ਜਿਹੜੇ ਸਫੇਦ ਖੂਨ ਦੀ ਅਸੀਂ ਗੱਲ ਕੀਤੀ ਸੀ, ਰਿਸ਼ਤਿਆਂ ਦੇ ਵਿੱਚ ਇਨਸਾਨੀਅਤ ਮਰਨ ਦੀ ਗੱਲ ਕੀਤੀ ਸੀ, ਉਹ ਇੱਥੇ ਆ ਕੇ ਪਤਾ ਲੱਗਦੀ ਆ ਕਿ ਤੁਸੀਂ ਕਿਸੇ ਵੀ ਵਿਅਕਤੀ ਦਾ ਕਿੰਨਾ ਵੀ ਕਰਦੇ ਹੋ, ਜਦੋਂ ਤੱਕ ਤੁਹਾਨੂੰ ਉਸ ਦੀ ਲੋੜ ਹੈ ਉਦੋਂ ਤੱਕ ਤੁਹਾਨੂੰ ਵਰਤਿਆ ਜਾਂਦਾ, ਅਤੇ ਉਸ ਤੋਂ ਬਾਅਦ ਤੁਹਾਨੂੰ ਜਦੋਂ ਤੁਸੀਂ ਜੇਕਰ ਪੰਜਾਬੀ ਦੇ ਵਿੱਚ ਗੱਲ ਆਉਂਦੀ ਹੈ ਕਿ ਜਦੋਂ ਘੋੜਾ ਲੰਗੜਾ ਹੋ ਜਾਂਦਾ ਤਾਂ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਆ, ਉੱਦਾਂ ਦੀ ਹਾਲਾਤ ਦੇ ਵਿੱਚ ਇਸ ਸਮੇਂ ਜਸਮੀਤ ਕੌਰ ਆਪਣੀ ਲਾਈਫ ਜਿਹੜੀ ਬਿਤਾ ਰਹੇ ਨੇ, ਲਾਈਫ ਨੂੰ ਜਿਉਂ ਰਹੇ ਨੇ, ਕੱਟ ਰਹੇ ਨੇ, ਕਿਉਂਕਿ ਉਹਨਾਂ ਦੀ ਲੱਤ ਕਟਵਾ ਦਿੱਤੀ ਗਈ ਆ ਇਹਨਾਂ ਦੇ ਕਹਿਣ ਦੇ ਮੁਤਾਬਕ, ਤੇ ਉਹ ਵੀਲ ਚੇਅਰ ਦੇ ਉੱਤੇ ਨੇ, ਬੱਚਾ ਉਹਨਾਂ ਦੇ ਨਾਲ ਆ। ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਪਿਛਲੇ 3 ਮਹੀਨਿਆਂ ਤੋਂ ਬਿਲਕੁਲ ਵੀ ਜਿਹੜਾ ਥੱਲੇ ਨਹੀਂ ਗਏ ਹੈ। ਅਸੀਂ ਚਾਹਾਂਗੇ ਕਿ ਜਿਹੜਾ ਇਹਨਾਂ ਦੀ ਹਰ ਤਰੀਕੇ ਦੇ ਨਾਲ ਹਰ ਵਿਅਕਤੀ ਜਿੰਨੀ ਹੋ ਸਕੇ ਤਾਂ ਇਹਨਾਂ ਦੀ ਮਦਦ ਕਰੇ। हरप्रीत सिंह जसवाल, मोहाली। PTN न्यूज़ इंडिया के लिए मोहाली से हरप्रीत सिंह जसवाल के साथ अमित की रिपोर्ट।